ਜਸ ਟੀਵੀ ਦੇਖ ਰਹੇ ਹੋ ਤੁਸੀਂ। मैं KP ਸਿੰਘ ਟੂ ਦਾ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਬਲਵੰਤ ਸਿੰਘ ਰਾਜੋਆਣਾ ਬੇਅੰਤ ਸਿੰਘ ਕਤਲकांड ਦੇ ਵਿੱਚ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਨੂੰ 1 ਘੰਟੇ ਲਈ ਪੈਰੋਲ ਮਿਲੀ ਤੇ ਉਸ ਪੈਰੋਲ ਦੇ ਵਿਚਾਲੇ ਜਿਹੜਾ ਉਹਨਾਂ ਨੇ ਸੰਬੋਧਨ ਕੀਤਾ ਤੇ ਉਸ ਸੰਬੋਧਨ ਦੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਬਹਿਸ ਛਿੜ ਗਈ ਹੈ। उन ते ਵੱਖ-ਵੱਖ पार्टियां थे ਵੱਖ-ਵੱਖ स्टैंड ने ते ਵੱਖ-ਵੱਖ सवाल ने, पर सारियां सियासी धिरां इस मुद्दे ते खुल के बोलण नूं तैयार नहीं हैगियां। पता नहीं क्यों भी नहीं बोलदियां पईयां। सवाल बहुत सारे है, पर इन्हां सवालों दे विचाले असीं वड्डा सवाल पुछांगे, राजोआणा ने किहड़ी सियासी बहस छेड़ी। शहीदां हज़ारां निर्दोष सिखां दीआं आत्मावां नूं शांति ताहीं मिलेगी ਜਦੋਂ ਇਹਨਾਂ ਕਾਤਲਾਂ ਦਾ ਰਾਜ ਭਾਗ ਇਸ ਧਰਤੀ ਤੋਂ ਖਤਮ ਹੋਵੇਗਾ। पहला बयान सुन लिया बलवंत सिंह राजोआणा ने क्या किया। ਸਾਡੇ ਬਜ਼ੁਰਗਾਂ ਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮਿਲੇਗੀ ਜਿਨ੍ਹਾਂ ਨੇ ਉਹਨਾਂ ਤੇ ਜ਼ੁਲਮ ਕੀਤੇ ਨੇ, ਜਿਨ੍ਹਾਂ ਨੇ ਸਾਡੇ ਪਰਿਵਾਰਾਂ ਨੂੰ ਉਜਾੜਿਆ। ਹਜ਼ਾਰਾਂ ਮੇਰੇ ਵੀਰ ਸ਼ਹੀਦ ਹੋਏ ਨੇ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮਿਲੇਗੀ ਜੇ ਇਹਨਾਂ ਦੀ ਇਸ ਰਾਜ ਭਾਗ ਦਾ, ਇਸ ਕਾਤਲ ਕਾਂਗਰਸ ਦੇ ਰਾਜ ਭਾਗ ਦਾ, ਇਸ ਧਰਤੀ ਤੋਂ, ਇਸ ਦੇਸ਼ ਤੋਂ ਇੱਕ ਸਿੱਖ ਦਾ ਫਰਜ਼ ਹੈ। ਜਦੋਂ ਵੀ ਤੁਹਾਨੂੰ ਵੋਟ ਪਾਉਣ ਦਾ, ਜੇ ਤੁਸੀਂ ਨਹੀਂ ਲੜ ਸਕੇ ਗੱਲ ਮੰਨੀ ਜਾ ਸਕਦੀ ਹੈ, ਲੇਕਿਨ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਦੇ ਸਮੇਂ ਇਸ ਵੋਟ ਪਾਉਣ ਦੇ ਅਧਿਕਾਰ ਨੂੰ ਆਪਣਾ ਹਥਿਆਰ ਸਮਝ ਕੇ ਉਹਨਾਂ ਕਾਤਲਾਂ ਦੇ ਖਿਲਾਫ ਵਰਤੋ। ਤੇ ਸ਼੍ਰੋਮਣੀ ਅਕਾਲੀ ਦਲ ਸਾਡੀ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ, ਸਾਡੇ ਪੁਰਖਿਆਂ ਦੀ ਵਿਰਾਸਤ ਹੈ। ਇਹ ਵਿਰਾਸਤ ਜਿੰਨੀ ਤਗੜੀ ਹੋਏਗੀ, ਜਿੰਨੀ ਮਜ਼ਬੂਤ ਹੋਏਗੀ, ਖਾਲਸਾ ਜੀ ਉਨੇ ਹੀ ਸਾਡੇ ਹੱਕ ਸੁਰੱਖਿਅਤ ਰਹਿਣਗੇ। ਸਾਡੇ ਉਹਨਾਂ ਹਜ਼ਾਰਾਂ ਬਿਨਾਂ ਕਾਤਲਾਂ ਦੇ ਜ਼ੁਲਮ ਦਾ ਸ਼ਿਕਾਰ ਹੋਏ, ਉਹਨਾਂ ਹਜ਼ਾਰਾਂ ਸ਼ਹੀਦਾਂ, ਹਜ਼ਾਰਾਂ ਨਿਰਦੋਸ਼ ਸਿੱਖਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਤਾਂ ਹੀ ਮਿਲੇਗੀ ਜਦੋਂ ਇਹਨਾਂ ਕਾਤਲਾਂ ਦਾ ਰਾਜ ਭਾਗ ਇਸ ਧਰਤੀ ਤੋਂ ਖਤਮ ਹੋਵੇਗਾ। ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਅਸੀਂ ਇਹ ਪੁੱਛਾਂਗੇ, ਬਲਵੰਤ ਸਿੰਘ ਰਾਜੋਆਣਾ ਦੀ ਪੈਰੋਲ ਨੇ ਪੰਜਾਬ ਦੀ ਪੋਲਿਟਿਕਸ ਨੂੰ ਕਿਹੜੇ ਰਾਹ ਪਾਇਆ। ਇਸੇ ਸਵਾਲ ਤੇ ਬਹਿਸ ਹੋਵੇਗੀ। ਜਿਹੜਾ ਪੈਨਲ ਸਾਡੇ ਨਾਲ ਆ ਉਹਨਾਂ ਦਾ ਤਾਰਫ ਕਰਾਉਂਦੇ ਆ ਤੇ ਉਸ ਤੋਂ ਬਾਅਦ ਡਿਬੇਟ ਸ਼ੁਰੂ ਕਰਾਂਗੇ। ਮੁਹੰਮਦ ਖਾਲਿਦ ਪੋਲੀਟੀਕਲ ਐਨਲਿਸਟ ਨੇ। ਮੁਹੰਮਦ ਖਾਲਿਦ ਇਹਨਾਂ ਸਾਰੇ ਸੰਜੀਦਗੀ ਵਾਲੇ ਮੁੱਦਿਆਂ ਨੂੰ ਚੰਗੀ ਤਰ੍ਹਾਂ ਸਮਝਦੇ ਆ ਤੇ ਪੋਲਿਟਿਕਸ ਵਿੱਚ ਦਾ ਮਤਲਬ ਕੀ ਹੈਗਾ ਉਸ ਨੂੰ ਚੰਗੀ ਤਰ੍ਹਾਂ ਸਮਝਦੇ। ਮੁਹੰਮਦ ਖਾਲਿਦ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਗੁਰਚਰਨ ਸਿੰਘ ਗਰੇਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ, ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਹੈ ਤੇ ਇਹ ਅੱਜ ਬਲਵੰਤ ਸਿੰਘ ਰਾਜੋਆਣਾ ਹਰਾਂ ਦੇ ਨਾਲ ਰਹੇ ਆ ਜਿੰਨੀ ਦੇਰ ਉਹ ਉੱਥੇ ਆਪਦੇ ਪਿਤਾ ਦੇ ਭੋਗ ਤੇ ਸਮਾਗਮ ਤੇ ਪਹੁੰਚੇ ਸੀ। ਗੁਰਚਰਨ ਸਿੰਘ ਗਰੇਵਾਲ ਤੁਹਾਡਾ ਬਹੁਤ ਸਵਾਗਤ ਹੈ। ਜਗਮੀਤ ਸਿੰਘ ਢਿੱਲੋਂ ਕਾਂਗਰਸ ਸਪੋਕਸਪਰਸਨ ਹੈ, ਮਿਸਟਰ ਢਿੱਲੋਂ ਤੁਹਾਡਾ ਬਹੁਤ ਸਵਾਗਤ ਹੈ। ਅਹਿਬਾਬ ਸਿੰਘ ਗਰੇਵਾਲ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ, ਅਹਿਬਾਬ ਸਿੰਘ ਗਰੇਵਾਲ ਤੁਹਾਡਾ ਬਹੁਤ ਸਵਾਗਤ ਹੈ। ਪਹਿਲਾ ਸਵਾਲ ਗੁਰਚਰਨ ਸਿੰਘ ਗਰੇਵਾਲ ਤੁਹਾਨੂੰ ਕਰਨਾ ਚਾਹੂੰ। ਗੁਰਚਰਨ ਸਿੰਘ ਗਰੇਵਾਲ, बलवंत सिंह राजोआणा ने श्रोमणी अकाली दल की हमायत की है ਜਾਂ अकाली की हमायत की है? पहले तो यह साफ कर दो। देखो जी केपी जी, मैं बेनती करांगा कि पैनलिस्ट मेरे सारे सत्कारयोग आ, ਆਪਾਂ ਰਾਜੋਆਣੇ ਦੇ ਬਾਰੇ 'ਚ ਇੱਕ ਵਿਚਾਰ ਤਾਂ ਪਹਿਲਾਂ ਲਈਏ ਨਾ ਵੀ ਰਾਜੋਆਣਾ ਇੱਕ ਪਿਛਲੇ ਪੰਜਾਬ ਦੇ ਅੰਦਰ ਇੱਕ ਸੰਘਰਸ਼ ਉੱਠਿਆ, ਉਸ ਸੰਘਰਸ਼ ਦੇ ਵਿੱਚ ਇੱਕ ਘਟਨਾ ਵਾਪਰੀ, ਉਸ ਘਟਨਾ ਦੇ ਵਿੱਚ ਉਹ ਕਿੰਨਾ ਦੋਸ਼ੀ ਜਾਂ ਨਹੀਂ ਦੋਸ਼ੀ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਉਹਦੀ ਫਾਂਸੀ ਦੀ ਸਜ਼ਾ ਤੋਂ ਬਾਅਦ ਅੱਜ ਉਹ 26 ਸਾਲ ਬਾਅਦ ਉਸ ਜੇਲ੍ਹ ਦੀ ਕਾਲ ਕੋਠੜੀ ਚੋਂ ਬਾਹਰ ਨਿਕਲਿਆ ਤੇ ਕਾਨੂੰਨ ਨੇ ਸਿਰਫ 1 ਘੰਟੇ ਦੀ ਪੈਰੋਲ ਦਿੱਤੀ। ਉਹਦੇ ਪਿਤਾ ਦਾ ਸੰਸਕਾਰ ਤੇ ਵੀ ਨਹੀਂ ਆ ਸਕਿਆ, ਪਰ ਹਾਈ ਕੋਰਟ ਦੇ ਆਰਡਰਾਂ ਨਾਲ 1 ਘੰਟੇ ਦੀ ਪੈਰੋਲ ਮਿਲੀ। ਇਸ ਹਿੰਦੁਸਤਾਨ ਦੇ ਅੰਦਰ ਜਿਹੜੇ ਮਨੁੱਖੀ ਕਦਰਾਂ ਕੀਮਤਾਂ ਦੀ ਗੱਲ ਹੈ ਉਸ ਬਾਰੇ ਸਾਨੂੰ ਜ਼ਰੂਰ ਦੇਖਣਾ ਚਾਹੀਦਾ। ਬਲਵੰਤ ਸਿੰਘ ਰਾਜੋਆਣਾ ਜਿਸ ਦੇ ਪਿਤਾ ਚੜ੍ਹਾਈ ਕੀਤੀ, ਉਹਦਾ ਇੱਕ ਪੁੱਤਰ ਉਸ ਦੌਰ ਦੇ ਅੰਦਰ, ਉਸ ਤਸ਼ੱਦਦ ਦੇ ਅੰਦਰ, ਉਸ ਜ਼ੁਲਮ ਤੇ ਜ਼ਬਰ ਦੇ ਅੰਦਰ ਸ਼ਹੀਦ ਕਰ ਦਿੱਤਾ ਗਿਆ। ਉਹਦੀ ਬੇਟੀ ਨਵੀਂ ਵਿਆਹੀ ਸੀ, ਉਹ ਉਹਦਾ ਕੈਨੇਡਾ ਜਾਣਾ ਸੀ, ਉਹਦੇ ਘਰੇ ਆ ਕੇ ਜਿਹੜੇ ਟਾਊਟ ਜਿਹੜੇ ਸੀ ਉਹਨੂੰ ਗੋਲੀਆਂ ਮਾਰ ਜਾਂਦੇ ਆ। ਉਸ ਤੋਂ ਬਾਅਦ ਬਚਦੀ ਹੈ ਇੱਕ ਕਮਲਪ੍ਰੀਤ ਕੌਰ ਜਿਹੜੀ, ਉਸ ਨੂੰ ਅੱਜ 26 ਸਾਲ ਉਹਦਾ ਜਿਹੜਾ ਮਾਨਸਿਕ ਸੰਤੁਲਨ ਜਿਹੜਾ ਖਰਾਬ ਕੀਤਾ ਹੋਇਆ, ਉਹ ਤੇ ਜ਼ੁਲਮ ਤੇ ਜ਼ਬਰ ਤੇ ਤਸ਼ੱਦਦ ਚੱਲ ਰਿਹਾ। ਰਾਜੋਆਣਾ ਪਹਿਲੀ ਗੱਲ ਤਾਂ ਆਪਾਂ ਨੂੰ ਇਹ ਬੇਨਤੀ ਹੈ ਮੈਂ ਸਾਰੇ ਪੈਨਲਿਸਟ ਨੂੰ ਕਿ ਮਾਨਵ ਕਦਰਾਂ ਕੀਮਤਾਂ ਦੇ ਤਹਿਤ ਉਸ ਦੇ ਪ੍ਰਤੀ ਸਾਨੂੰ ਸਾਰਿਆਂ ਨੂੰ ਸਿਮਤੀ ਜ਼ਰੂਰ ਚਾਹੀਦੀ ਹੈ ਕਿ ਇੱਕ ਐਡਾ ਵੱਡਾ ਕਿਹੜਾ ਦੋਸ਼ੀ ਹੋ ਗਿਆ ਕਿ ਸਾਡਾ ਦੇਸ਼ ਦਾ ਕਾਨੂੰਨ ਉਹਨੂੰ 1 ਘੰਟੇ ਦੀ ਪੈਰੋਲ ਦੇਵੇ, 1 ਮਿੰਟ ਵੀ ਨਹੀਂ ਛੱਡਿਆ ਗਿਆ। ਮੈਂ ਇਹਦੇ ਇਵੈਂਟ 'ਚ ਗੱਲ ਦੱਸਣ ਚਾਹੁੰਦਾ, ਸਿਰਫ 50 ਮੀਟਰ ਤੇ ਉਹਦਾ ਘਰ ਸੀ ਜਿੱਥੇ ਲੰਗਰ ਚੱਲਦਾ ਸੀ। ਪੁਲਿਸ ਦੀ ਇਜਾਜ਼ਤ ਨਹੀਂ ਹੋਈ ਕਿ ਉਹ 50 ਮੀਟਰ ਜਿੱਥੇ ਲੰਗਰ ਵਰਤ ਰਿਹਾ ਸੀ ਉੱਥੇ ਜਾ ਕੇ ਲੰਗਰ ਛਕ ਸਕੇ। ਉਸ ਨੂੰ ਲੰਗਰ ਜਿਹੜਾ ਵਾ ਰਾਜੋਆਣਾ ਨੂੰ ਲੰਗਰ ਇਹਨਾਂ ਦਫ਼ਤਰ ਵਿੱਚ ਹੀ ਸਿਖਾਇਆ ਗਿਆ ਤੇ ਪੁਲਿਸ ਨੇ ਇੰਨੀ ਗੱਲ ਦੀ ਇਜਾਜ਼ਤ ਨਹੀਂ ਦਿੱਤੀ। ਇਹ ਰਾਜੋਆਣਾ ਦੀ ਤਰਾਸਦੀ ਆ। ਜਿਹੜੀ ਗੱਲ ਉਹਨੇ ਉੱਥੇ ਕੀਤੀ ਆ ਉਹਨੇ ਕੋਈ ਪ੍ਰਚਾਰ ਨਹੀਂ ਕੀਤਾ। ਹਰ ਬੰਦਾ ਆਪੋ ਆਪਣੇ ਵਿਚਾਰ ਰੱਖਦਾ,
ਉਹ ਵਿਚਾਰ ਉਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ, ਇਸ ਕਰਕੇ ਉਹਨੇ ਅਕਾਲੀ ਦੀ ਮਦਦ ਕੀਤੀ ਆ। ਇਸ ਤੋਂ ਬਾਅਦ ਉਹਨੇ ਹੋਰ ਕਿਸੇ ਤਰ੍ਹਾਂ ਦੀ ਰਾਜਨੀਤੀ ਨਹੀਂ ਕੀਤੀ, ਮੈਂ ਇਹ ਗੱਲ ਸਮਝਦਾ। ਗਰੇਵਾਲ ਸਾਹਿਬ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਮਾਤ ਹੈ, ਸਿੱਖਾਂ ਦੀ ਨੁਮਾਇੰਦਾ ਜਮਾਤ ਹੈ, ਜਿੰਨੀ ਇਹ ਮਜ਼ਬੂਤ ਹੋਊਗੀ ਉਹਨਾਂ ਜਿਹੜਾ ਤੁਹਾਡੇ ਮੁੱਦੇ ਹੱਲ ਹੋਣਗੇ। ਇਹ ਗੱਲ ਕੀਤੀ ਹੈ ਨਹੀਂ ਕੀਤੀ ਗਰੇਵਾਲ ਸਾਹਿਬ? ਮੈਂ ਇਹ ਕਹਿਣਾ ਜੀ, ਤੁਸੀਂ ਪਿਛੋਕੜ ਜਾਓ ਨਾ ਜੀ। ਅਕਾਲੀ ਦਲ ਅਕਾਲ ਤਖਤ ਸਾਹਿਬ ਤੋਂ ਬਣਾਈ ਗਈ ਜਮਾਤ ਹੈ, ਉਹ ਅਕਾਲੀ ਤਾਂ ਬਹੁਤ ਨੇ, ਇੱਥੇ 10-15 ਧੜੇ ਨੇ ਅਕਾਲੀ ਦਲ ਦੇ। ਉਹਨਾਂ ਨੇ ਅਕਾਲੀ ਦੀ ਗੱਲ ਕੀਤੀ ਆ ਕਿ ਇੱਥੇ ਰਾਜ ਜਿਹੜਾ ਅਕਾਲੀ ਦਾ ਹੋਣਾ ਚਾਹੀਦਾ, ਕਿਉਂਕਿ ਅਕਾਲੀ ਦੀ ਪਰਿਭਾਸ਼ਾ ਜਿਹੜੀ ਆ ਉਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਤੇ ਧਰਮ ਕੌਮ ਦੀ ਸੇਵਾ ਸਿੱਖੀ ਦੇ ਸਿਧਾਂਤਾਂ ਤੇ ਪੂਰਾ ਚੋ ਕੇ ਚੱਲਦਾ। ਗਰੇਵਾਲ ਸਾਹਿਬ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਨਹੀਂ ਬੋਲਿਆ ਸ਼ਬਦ, ਤੁਸੀਂ ਇਹ ਗੱਲ ਕਹਿ ਰਹੇ ਹੋ? ਨਹੀਂ, ਚਲੋ ਅਕਾਲੀ ਦਲ ਕਹਦਾ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਕਹਦਾ, ਹੁਣ ਅਕਾਲੀ ਦਲ ਤਾਂ ਬਹੁਤ ਨੇ ਜੀ। नहीं गरेवाल साहब आप थोड़ा स्थिति साफ कर लिए गरेवाल साहब, ताई डिबेट हो पाऊगी ना जे स्थिति नहीं आप साफ करांगे। क्योंकि गरेवाल साहब एक मिनट सुन तो लो सर, गरेवाल साहब ਤੁਸੀਂ ਨਾਲ ਸੀਗੇ, ਤੁਸੀਂ ਬੜੇ ਪੜ੍ਹੇ ਲਿਖੇ ਹੋ, ਬੜੀ ਸੰਜੀਦਗੀ ਨਾਲ ਡਿਬੇਟ ਵਿੱਚ ਪਾਰਟਿਸਿਪੇਟ ਕਰਦੇ ਹੋ। ਗਰੇਵਾਲ ਸਾਹਿਬ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਕਰੋ ਇਹਨਾਂ ਚੋਣਾਂ ਵਿੱਚ, ਜਾਂ ਨਹੀਂ ਕਿਹਾ ਸ਼ਬਦ? ਸਰ ਮੈਂ ਤੁਹਾਡੇ ਤੋਂ ਕਨਫਰਮ ਕਰਕੇ ਫਿਰ ਅੱਗੇ ਵਧੂੰਗਾ। ਮੈਂ ਫੇਰ ਇੱਕ ਗੱਲ ਕਰਦਾ, ਅਕਾਲੀ ਇੱਕ ਵਿਚਾਰਧਾਰਾ ਵਾ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਹਮਾਇਤ ਕਰੋ, ਕਿਸੇ ਵਿਅਕਤੀ ਦਾ, ਕਿਸੇ ਪ੍ਰਧਾਨ ਦਾ, ਕਿਸੇ ਸਾਬਕਾ ਪ੍ਰਧਾਨ ਦਾ ਨਾਂ ਨਹੀਂ ਲਿਆ ਉਹਨਾਂ ਨੇ, ਕਿਉਂਕਿ ਅਕਾਲੀ ਇੱਕ ਵਿਚਾਰਧਾਰਾ। 100 ਸਾਲ ਪੁਰਾਣੀ ਸਰ ਅਸੀਂ ਮੁਨਕਰ ਨਹੀਂ ਹੈਗੇ ਗਰੇਵਾਲ ਸਾਹਿਬ, ਅਸੀਂ ਮੁਨਕਰ ਨਹੀਂ ਹੈਗੇ, ਅਕਾਲੀ ਇੱਕ ਵਿਚਾਰਧਾਰਾ ਹੈ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਦੀ ਗੱਲ ਕੀਤੀ ਕਿ ਨਹੀਂ ਕੀਤੀ? ਮੈਂ ਕਿਹਾ ਹੀ ਨਹੀਂ ਰਿਹਾ, ਪ੍ਰਧਾਨ ਦੀ ਗੱਲ ਕੀਤੀ, ਸਰਪ੍ਰਸਤ ਦੀ ਗੱਲ ਕੀਤੀ, ਨਹੀਂ ਕੀਤੀ, ਨਹੀਂ ਕੀਤੀ। ਮੈਂ ਕਹਿ ਰਿਹਾ ਕੇਪੀ ਜੀ, ਉਹਨਾਂ ਨੇ ਅਕਾਲੀ ਵਿਚਾਰਧਾਰਾ ਨੂੰ ਸਮਰਪਣ ਹੋ ਕੇ ਕਿਹਾ ਕਿ ਅਕਾਲੀ ਵਿਚਾਰਧਾਰਾ ਨੂੰ ਮਜ਼ਬੂਤੀ ਦਿਓ, ਉਹਨੂੰ ਜਿੱਤ ਦਿਵਾਓ, ਇਹ ਪੰਜਾਬ ਨੂੰ ਲੋੜ ਆ। ਇਸ ਨੂੰ ਇਹ ਸਮਝੀਏ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਤ ਦਿਵਾਓ ਇਸ ਚੋਣਾਂ ਵਿੱਚ, ਤੁਹਾਡੀ ਪਾਰਟੀ ਨੂੰ। ਬਿਲਕੁਲ, ਤੁਸੀਂ ਆਪਣੇ ਮੁਤਾਬਕ ਇਹ ਨਤੀਜਾ ਕੱਢ ਸਕਦੇ ਹੋ। ਨਹੀਂ ਤੁਸੀਂ ਦੱਸੋ ਨਾ ਸਰ। ਗਰੇਵਾਲ ਸਾਹਿਬ ਮੈਂ ਨਤੀਜਾ ਕੱਢਣ ਵਾਸਤੇ ਨਹੀਂ ਬੈਠਾ, ਮੈਂ ਤਾਂ ਇਹਨੇ ਪੈਨ ਅੱਗੇ ਰੱਖੂੰਗਾ ਸਰ ਜੋ ਬੋਲਿਆ। ਜੋ ਕੁਝ ਬਲਵੰਤ ਸਿੰਘ ਜੀ ਰਾਜੋਆਣਾ ਸਾਹਿਬ ਨੇ ਕਿਹਾ ਉਹ ਮੈਂ ਤੁਹਾਨੂੰ ਹੂਬਹੂ ਉਹਦੀ ਗੱਲ ਦੱਸਤੀ ਹੈ। ਸ਼੍ਰੋਮਣੀ ਗੱਲ ਉਹਨਾਂ ਨੇ ਚਲੋ ਮੈਂ ਸਰ ਹਮਾਇਤ ਕਰਨ ਦੀ ਗੱਲ ਕੀਤੀ। ਮੈਂ ਗਰੇਵਾਲ ਸਾਹਿਬ ਇਸੇ ਤੋਂ ਅੱਗੇ ਵਧਦਾ, ਸ਼੍ਰੋਮਣੀ ਅਕਾਲੀ ਦਲ ਇਸ ਸਪੋਰਟ ਨੂੰ ਆਪਦੀ ਸਪੋਰਟ ਮੰਨਦਾ ਜਾਂ ਨਹੀਂ? ਦੇਖੋ ਜੀ, ਅਕਾਲੀ ਦਲ ਜੇ ਅਕਾਲੀ ਵਿਚਾਰਧਾਰਾ ਦੇ ਪੂਰਾ ਉਤਰਦਾ ਤੇ ਉਹਨਾਂ ਨੇ ਇਸੇ ਅਕਾਲੀ ਦਲ ਦੀ ਗੱਲ ਕੀਤੀ ਹੋਏਗੀ। ਚਲੋ ਠੀਕ ਹੈ ਗਰੇਵਾਲ ਸਾਹਿਬ, ਥੋੜੀ ਸਥਿਤੀ ਸਾਫ਼ ਕਰਤੀ ਤੁਸੀਂ। ਜਗਮੀਤ ਢਿੱਲੋਂ, ਤੁਹਾਡਾ ਤਾਂ ਵਿਰੋਧ ਹੋਣਾ ਹੀ ਹੋਣਾ ਸੀਗਾ, ਪਰ ਅਕਾਲੀ ਦਲ ਕਹਿੰਦਾ ਸਾਡੀ ਹਮਾਇਤ ਕੀਤੀ ਹੈ। ਮਿਸਟਰ ਢਿੱਲੋਂ, ਤੁਹਾਡਾ ਪਹਿਲਾ ਟੇਕ। ਇੱਕ ਗੱਲ ਇਸ ਤਰ੍ਹਾਂ ਹੈ ਕਿ 2019 ਵਿੱਚ ਬਲਵੰਤ ਸਿੰਘ ਰਾਜੋਆਣਾ ਜੀ ਨੇ ਇੱਕ ਚਿੱਠੀ ਲਿਖ ਕੇ ਇਹ ਕਿਹਾ ਸੀ ਕਿ 2019 ਦੀ ਜਿਹੜੀਆਂ ਲੋਕ ਸਭਾ ਚੋਣਾਂ ਸੀ ਉਸ ਦੇ ਵਿੱਚ ਅਕਾਲੀ ਦਲ ਨੂੰ ਵੋਟਾਂ ਪਾਈਆਂ ਜਾਣ। ਮੈਂ ਸਮਝਦਾ ਕਿ ਹਰ ਇੱਕ ਇਨਸਾਨ ਨੂੰ ਅਧਿਕਾਰ ਹੈ, ਉਹ ਆਪਣੀ ਗੱਲ ਰੱਖ ਸਕਦਾ ਹੈ, ਕਹਿ ਸਕਦਾ ਹੈ, ਬਟ ਉਹਨਾਂ ਦੀ ਇਸ ਵਿਚਾਰਧਾਰਾ ਨਾਲ, ਉਹਨਾਂ ਦੇ ਵਿਚਾਰਾਂ ਨਾਲ, ਉਹਨਾਂ ਦੀ ਮੰਗ ਦੇ ਨਾਲ ਕਾਂਗਰਸ ਪਾਰਟੀ ਨੂੰ ਕੋਈ ਵੀ ਫਰਕ ਨਹੀਂ ਪੈਂਦਾ। ਅਗਰ ਅਸੀਂ ਉਦੋਂ ਦੀ ਗੱਲ ਕਰੀਏ ਤਾਂ ਉਦੋਂ ਵੀ ਬਲਵੰਤ ਸਿੰਘ ਰਾਜੋਆਣਾ ਜੀ ਨੇ 2019 ਵਿੱਚ ਵੀ ਇਹ ਗੱਲ ਕਹੀ ਸੀ। ਉਦੋਂ ਵੀ ਅਕਾਲੀ ਦਲ ਨੂੰ 8-9 MP ਸੀਟਾਂ ਵਿੱਚੋਂ ਬਸ 2 MP ਸੀਟਾਂ ਹੀ ਮਿਲੀਆਂ ਸਨ। ਪਹਿਲਾਂ ਵੀ ਇਹਨਾਂ ਦੇ ਜਿਹੜੇ ਭੈਣ ਜੀ ਨੇ ਉਹਨਾਂ ਵੱਲੋਂ ਵੀ ਚੋਣ ਲੜਨ ਦੀ ਚਾਹਵਾਨੀ ਕੀਤੀ ਗਈ ਸੀ। ਹਰ ਇੱਕ ਨੂੰ ਅਧਿਕਾਰ ਹੈ, ਪਰ ਲੋਕਾਂ ਦਾ ਉਹਨਾਂ ਨੂੰ ਸਾਥ ਨਹੀਂ ਮਿਲਿਆ ਤੇ ਉਹ ਵਿਧਾਇਕ ਨਹੀਂ ਬਣ ਸਕੇ। ਤੇ ਮੈਂ ਇੱਕ ਗੱਲ ਹੋਰ ਕਹਿ ਦਵਾਂ ਕਿ ਬਲਵੰਤ ਸਿੰਘ ਰਾਜੋਆਣਾ ਜੀ ਨੇ ਅਗਰ ਇਹ ਗੱਲ ਸ਼੍ਰੋਮਣੀ ਅਕਾਲੀ ਦਲ ਲਈ ਕੀਤੀ ਹੈ ਕਿ ਉਹੀ ਪੰਥ ਦੇ ਰਖਵਾਲੇ ਹੈ, ਤੇ ਮੈਂ ਕਹਾਂ ਕਿ ਰਾਜੋਆਣਾ ਸਾਹਿਬ ਇਹ ਉਹੀ ਅਕਾਲੀ ਦਲ ਹੈ ਜਿਹਨੇ RSS ਦੇ ਪੈਰ ਪੰਜਾਬ ਵਿੱਚ ਵਸਾਏ। ਉਹ ਜੇਲ੍ਹ ਵਿੱਚ ਸੀ। ਮੈਂ ਸਮਝਦਾ ਉਹਨਾਂ ਨੂੰ ਇਹ ਗੱਲ ਪਤਾ ਹੋਣੀ ਆ ਕਿ ਉਹੀ ਅਕਾਲੀ ਦਲ ਹੈ ਜਿਹਨੇ ਸੌਦਾ ਵਾਲੇ, ਸਰਸੇ ਵਾਲੇ ਸਾਧ ਨੂੰ ਬਿਨਾਂ ਮੰਗਿਆ ਮਾਫੀ ਦਿੱਤੀ, ਜਿਹਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ, ਸਤਿਕਾਰਯੋਗ ਜਥੇਦਾਰ ਹੁੰਦੇ ਨੇ, ਜਿਨ੍ਹਾਂ ਦੇ ਪੈਰੀ ਹੱਥ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਪੈਰੀ ਹੱਥ ਲਾ ਕੇ ਮੱਥੇ ਨੂੰ ਛੂੰਹਦੇ ਨੇ, ਉਹਨਾਂ ਨੂੰ ਬਲਵੰਤ ਸਿੰਘ ਰਾਜੋਆਣਾ ਨੇ ਇਹ ਵੀ ਕਿਹਾ ਜਗਮੀਤ ਢਿੱਲੋਂ ਇਹ ਉਹੀ ਕਾਂਗਰਸ ਹੈ ਜਿਨ੍ਹਾਂ 84 ਕਰਵਾਇਆ। ਮੈਂ ਉਹੀ ਗੱਲ ਕਹਿ ਰਿਹਾ ਹਾਂ ਕਿ ਅਗਰ ਮੈਂ ਸਮਝਦਾ ਸੀ ਅਗਰ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਤਾਂ ਉਹ ਕਹਿੰਦੇ ਕਿ ਮੈਂ ਕਾਂਗਰਸ ਦੇ ਹੱਕ 'ਚ ਨਹੀਂ, ਕਾਂਗਰਸ ਨੂੰ ਵੋਟਾਂ ਨਾ ਪਾਇਓ। ਪਰ ਕਿਸ ਦੀ ਹਮਾਇਤ ਕਰ ਰਹੇ ਨੇ? ਉਸ ਦੀ ਜਿੰਨੇ ਸ਼੍ਰੋਮਣੀ ਕਮੇਟੀ ਦੇ ਲੱਖਾਂ ਰੁਪਏ ਇਸ਼ਤਿਹਾਰ ਤੇ ਲਾਤੇ ਕਿ ਜਿਹੜਾ ਰਾਮ ਰਹੀਮ ਹੈ ਉਹਨੂੰ ਦੂਰ ਅੰਦੇਸ਼ੀ ਦੀ ਸੋਚ ਹੈ, ਉਸਨੂੰ ਤਾਂ ਮਾਫੀ ਦਿੱਤੀ ਜਿਸਨੇ ਬਰਗਾੜੀ ਵਿੱਚ ਬੇਦਬੀ ਹੋਈ ਤੇ ਸਾਡੇ ਸਿੱਖਾਂ ਤੇ ਸਾਡੇ ਭਰਾਵਾਂ ਤੇ ਗੋਲੀਆਂ ਚਲਾਈਆਂ, ਉਸ ਦਾ ਸਾਥ ਦਿੱਤਾ। 2007 ਵਿੱਚ ਪੰਜਾਬ ਵਿੱਚ ਨਸ਼ੇ ਦਾ ਨਾਮ ਨਿਸ਼ਾਨ ਨਹੀਂ ਸੀ, ਜਿਨਨੇ ਨਸ਼ੇ ਦਾ ਛੇਵਾਂ ਦਰਿਆ ਵਹਾਇਆ, ਉਸ ਦੀ ਹਮਾਇਤ ਦੀ ਗੱਲ ਕਰ ਰਹੇ ਨੇ। ਇਹ ਕੈਸੀਆਂ ਅਜਿਹੀਆਂ ਗੱਲਾਂ ਕਰਦੇ ਨੇ। ਚਲੋ ਮੈਂ ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਿਹਾ, ਬਾਕੀ ਪਹਿਲੇ ਸਕੂਲ ਵੀ ਮੈਂ ਜਾਣਾ। ਮੈਂ ਆ ਰਿਹਾ। ਰਾਜੋਆਣਾ ਨੇ ਕਿਹੜੀ ਸਿਆਸੀ ਬਹਿਸ ਛੇੜੀ ਹੈ? ਸਵਾਲ ਬਹੁਤ ਮਹੱਤਵਪੂਰਨ ਹੈ। ਅਕਾਲੀ ਵਿਚਾਰਧਾਰਾ ਨੂੰ ਹਮਾਇਤ ਦਿੱਤੀ ਹੈ ਜਾਂ ਸ਼੍ਰੋਮਣੀ ਅਕਾਲੀ ਨੂੰ ਦਿੱਤੀ ਹੈ?
ਤੇ ਗੁਰਚਰਨ ਸਿੰਘ ਗਰੇਵਾਲ ਕਹਿੰਦੇ ਆ ਕਿ ਸਾਨੂੰ ਇਹ ਸਮਝ ਆਉਂਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ, ਕਿਉਂਕਿ ਅਕਾਲੀ ਵਿਚਾਰਧਾਰਾ ਦੇ ਉੱਤੇ ਜੇ ਸ਼੍ਰੋਮਣੀ ਅਕਾਲੀ ਦਲ ਖਰਾ ਉਤਰਦਾ, ਜੋ ਉਸ ਵਿਚਾਰਧਾਰਾ ਨੂੰ ਅੱਗੇ ਵਧਾਉਣਾ, ਤੇ ਉਹ ਕਹਿੰਦੇ ਸਾਨੂੰ ਇਹ ਹਮਾਇਤ ਦਿੱਤੀ ਹੈ। ਬਹੁਤ ਸਾਰੇ ਸਵਾਲ ਹੈਗੇ ਆ। ਇਹਨਾਂ ਸਵਾਲਾਂ ਦੇ ਵਿਚਾਲੇ ਕੀ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ਧਰੁਵੀਕਰਨ ਵਾਲੀ ਪੋਲਿਟਿਕਸ ਹੈ ਪੰਜਾਬ ਵਿੱਚ ਆ ਜਿਹੜਾ, ਉਸ ਦਾ ਆਗਾਜ਼ ਤਾਂ ਨਹੀਂ ਕੀਤਾ ਗਿਆ? ਵਾਪਸ ਆ ਰਹੇ ਸ਼ਹੀਦਾਂ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਤਾਂ ਹੀ ਮਿਲੇਗੀ ਜਦੋਂ ਇਹਨਾਂ ਕਾਤਲਾਂ ਦਾ ਰਾਜ ਇਸ ਧਰਤੀ ਤੋਂ ਖਤਮ ਹੋਵੇਗਾ। ਬਲਵੰਤ ਸਿੰਘ ਰਾਜੋਆਣਾ ਦੀ ਪੈਰੋਲ ਨੇ ਪੰਜਾਬ ਦੀ ਪੋਲਿਟਿਕਸ ਨੂੰ ਕਿਹੜੇ ਰਾਹ ਪਾਇਆ? ਅਹਿਬਾਬ ਗਰੇਵਾਲ, ਆਮ ਆਦਮੀ ਪਾਰਟੀ ਦਾ ਪਹਿਲਾ ਟੇਕ। ਦੇਖੋ ਕੇਪੀ ਜੀ, ਕੋਈ ਵੀ ਇੰਡੀਵਿਜੂਅਲ ਬੰਦਾ ਆਪਣੀ ਇੰਡੀਵਿਜੂਅਲ ਕਪੈਸਿਟੀ 'ਚ ਕੀ ਕਹਿੰਦਾ ਉਹਨਾਂ ਦੀ ਇੱਛਾ ਹੈ। ਰਹੀ ਗੱਲ ਸਾਡੇ ਟੇਕ ਦੀ, ਅਸੀਂ ਤਾਂ ਇਹ ਬੇਨਤੀ ਕਰ ਰਹੇ ਕਿ ਇੱਕ ਨਾ ਜਿਹੜੇ ਪੋਲੀਟੀਕਲ ਵਾਟਰਸ ਨੇ ਉਹਨਾਂ ਨੂੰ ਮੱਡੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਗੱਲ ਹੈਗੀ ਹੈ ਲੋਕਾਂ ਦੇ ਇਸ ਟਾਈਮ ਇਸ਼ੂਜ਼ ਦੀ, ਗੱਲ ਹੈ ਪੰਜਾਬ ਦੇ ਵਿੱਚ ਗਿਰਦੇ ਹੋਏ ਜ਼ਿੰਦਗੀ ਦੇ ਸਤਰ ਦੀ। ਗੱਲ ਹੈ ਕਿ ਕਿਸੇ ਨਾ ਕਿਸੇ ਤਰੀਕੇ ਪੰਜਾਬੀਆਂ ਨੂੰ ਆਪਾਂ ਜਿਹੜਾ ਬ੍ਰੇਨ ਡਰੇਨ ਹੋਣਾ ਉਹ ਅਹਿਬਾਬ ਗਰੇਵਾਲ, ਮੈਂ ਤੁਹਾਡਾ ਇਤਫਾਕ ਰੱਖਦਾ, ਮੁੱਦਿਆਂ ਦੀ ਰਾਜਨੀਤੀ ਨੂੰ ਪਾਸੇ ਕੀਤਾ ਜਾ ਰਿਹਾ, ਮੈਂ ਤੁਹਾਡਾ ਇਤਫਾਕ ਰੱਖਦਾ ਅਹਿਬਾਬ ਗਰੇਵਾਲ, ਪਰ ਮਨੁੱਖੀ ਅਧਿਕਾਰਾਂ ਦੀ ਗੱਲ ਕਰਨੀ ਕੀ ਮੁੱਦਾ ਨਹੀਂ ਹੈ ਸਰ? ਅਹਿਬਾਬ ਗਰੇਵਾਲ ਸਰ ਦੇਖੋ ਮਨੁੱਖੀ ਅਧਿਕਾਰ ਹਰ ਇੱਕ ਮਨੁੱਖ ਦੇ ਨੇ, ਮਨੁੱਖੀ ਅਧਿਕਾਰ ਹਰ ਇੱਕ ਮਨੁੱਖ ਦੇ ਨੇ, ਪਰ ਇਹ ਸਟੇਟਮੈਂਟ ਦਾ ਮਨੁੱਖੀ ਅਧਿਕਾਰਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਤਾਂ ਪੋਲੀਟੀਕਲ ਸਟੇਟਮੈਂਟ ਹੈ। ਹੁਣ ਉਹ ਪੋਲੀਟੀਕਲ ਸਟੇਟਮੈਂਟ ਜੇ ਉਹ ਕਹਿੰਦੇ ਆ ਕਿ ਅਕਾਲੀ ਦਲ ਦੀ ਮਦਦ ਕਰੋ, ਸੋ ਆਈ ਐਮ ਪ੍ਰੀਟੀ ਸ਼ੋਰ ਉਹੀ ਅਕਾਲੀ ਦਲ ਜਿਹਦੇ ਸਮੇਂ 'ਚ ਬੇਅਦਬੀਆਂ ਹੋਈਆਂ, ਜਿਹੜਾ ਅੱਜ ਨਸ਼ੇ ਦੇ ਦਾਗ ਤੋਂ ਜੂਝ ਰਿਹਾ ਹੈ, ਆਈ ਐਮ ਪ੍ਰੀਟੀ ਸ਼ੋਰ ਕਿ ਉਹ ਅਕਾਲੀ ਦਲ ਤਾਂ ਮੈਨੂੰ ਲੱਗਦਾ ਨਹੀਂ ਕਿ ਜਿਹੜਾ ਐਕਚੁਅਲ ਅਕਾਲੀ ਦਲ ਸੀਗਾ ਉਹ ਕਿਤੇ ਨਜ਼ਰ ਵੀ ਆ ਰਿਹਾ। ਬਟ ਕਹਿਣ ਦੀ ਗੱਲ ਇਹ ਹੈ ਸਰ ਕਿ ਇਸ ਟਾਈਮ ਤੇ ਹਰ ਉਹ ਕੋਸ਼ਿਸ਼ ਜਿਹੜੀ ਕਿ ਧਰੁਵੀਕਰਨ ਵਾਲੇ ਪਾਸੇ ਨੂੰ ਜਾਂਦੀ ਹੈ, ਉਹਨੂੰ ਰੋਕਣਾ ਤੇ ਉਹਨੂੰ ਕਾਊਂਟਰ ਕਰਨਾ ਬਹੁਤ ਜ਼ਰੂਰੀ ਹੈ। ਬਾਕੀ ਕਿਸੇ ਵੀ ਬੰਦੇ ਦੀ ਪਰਸਨਲ ਕੈਪੈਸਿਟੀ ਹੈ, ਜੋ ਮਰਜ਼ੀ ਬੋਲੇ, ਪਰ ਉਹ ਜਿਹੜੇ ਅਕਾਲੀ ਦਲ ਦੀ ਗੱਲ ਕਰਦੇ ਆ ਉਹ ਸਾਡੇ ਬਚਪਨ ਵਾਲਾ ਤਾਂ ਅਕਾਲੀ ਦਲ ਬਚਿਆ ਹੀ ਨਹੀਂ ਜੀ। ਤੁਹਾਨੂੰ ਇਹ ਲੱਗਦਾ ਮਿਸਟਰ ਗਰੇਵਾਲ, ਤੁਹਾਨੂੰ ਇਹ ਲੱਗਦਾ ਕਿ ਧਰੁਵੀਕਰਨ ਦੀ ਪੋਲਿਟਿਕਸ ਕੀਤੀ ਹੈ ਮਿਸਟਰ ਰਾਜੋਆਣਾ ਨੇ? ਸਰ ਦੇਖੋ ਜੀ, ਮੈਨੂੰ ਮੈਂ ਆ ਰਿਹਾ ਗੁਰਚਰਨ ਗਰੇਵਾਲ ਆ ਰਿਹਾ ਪਲੀਜ਼ ਆ ਰਿਹਾ ਗੁਰਚਰਨ ਗਰੇਵਾਲ ਆ ਰਿਹਾ ਤੁਹਾਡੇ ਕੋਲ। ਇਕੱਲੇ ਰਾਜੋਆਣਾ ਸਾਹਿਬ ਨਹੀਂ ਸਰ, ਮੈਨੂੰ ਇਹ ਲੱਗਦਾ ਕਿ ਇੱਕ ਬੜੀ ਕੋਸ਼ਿਸ਼, ਇੱਕ ਬੜੀ ਕਨਸੈਂਟਰੇਟਿਡ ਕੋਸ਼ਿਸ਼ ਹੋ ਰਹੀ ਹੈ, ਭਾਵੇਂ ਬੇਅਦਬੀਆਂ ਹੋਣ, ਭਾਵੇਂ ਬੰਬ ਬਲਾਸਟ ਹੋਵੇ, ਭਾਵੇਂ ਪਟਿਆਲੇ ਵਾਲੀ ਮੰਦਰ ਵਾਲੀ ਘਟਨਾ ਹੋਵੇ, ਤੇ ਛੋਟੀਆਂ ਘਟਨਾ ਨੂੰ ਇੱਕ ਵੱਡਾ ਪੈਕੇਜ ਬਣਾ ਕੇ ਪੰਜਾਬੀਆਂ ਮੂਹਰੇ ਰੱਖਿਆ ਜਾ ਰਿਹਾ ਹੈ। ਠੀਕ ਹੈ, ਮੈਂ ਆ ਰਿਹਾ ਗੁਰਚਰਨ ਗਰੇਵਾਲ, ਇੱਕ ਮਿੰਟ ਮੈਂ ਮੁਹੰਮਦ ਖਾਲਿਦ ਦਾ ਟੇਕ ਲੈਣਾ। ਮੁਹੰਮਦ ਖਾਲਿਦ ਸਾਹਿਬ, ਇਸ ਮੁੱਦੇ ਤੇ ਬਹਿਸ ਨਹੀਂ ਹੋਣੀ ਚਾਹੀਦੀ। ਬਲਵੰਤ ਸਿੰਘ ਰਾਜੋਆਣਾ ਨੇ ਕੀ ਕਿਹਾ? ਇਹ ਬਹਿਸ ਗਲਤ ਹੈ, ਨਹੀਂ ਛੇੜਨੀ ਚਾਹੀਦੀ ਹੈ ਬਹਿਸ। ਮਿਸਟਰ ਖਾਲਿਦ ਦੇਖੋ ਕਿ ਜਦ ਵੀ ਕੋਈ ਕਿਸੇ ਬੰਦੇ ਦੀ ਕੋਈ ਸਟੇਟਮੈਂਟ ਹੁੰਦੀ ਹੈ, ਉਹ ਦੇਖਿਆ ਜਾਂਦਾ ਹੈ ਕਿ ਸਟੇਟਮੈਂਟ ਕਿਸ ਓਕੇਜ਼ਨ ਤੇ ਦਿੱਤੀ ਗਈ ਹੈ ਤੇ ਉਹਦੀਆਂ ਟਾਈਮਿੰਗਸ। ਹੁਣ ਜਿਸ ਵੇਲੇ ਤੁਸੀਂ ਅੱਜ ਦੀ ਗੱਲ ਕਰ ਰਹੇ ਹੋ, ਇਹਦੇ ਵਿੱਚ ਟਾਈਮਿੰਗ ਕੀ ਹੈ ਕਿ ਇਲੈਕਸ਼ਨ ਹੈ। ਇਲੈਕਸ਼ਨ ਦੇ ਵਿੱਚ ਡਿਫਰੈਂਟ ਪੋਲੀਟੀਕਲ ਪਾਰਟੀਆਂ ਆਪਣੀ ਕਿਸਮਤ ਆਜ਼ਮਾ ਰਹੀਆਂ ਹਨ ਔਰ ਵੋਟਰ ਜਿਹੜਾ ਹੈਗਾ ਲੁਭਾ ਰਹੀਆਂ ਹਨ, ਵੋਟਰ ਨੂੰ ਆਪਣਾ ਕਨਵਿੰਸ ਕਰ ਰਹੀਆਂ ਜੀ। ਉਸ ਦੇ ਵਿੱਚ ਜੇ ਤੁਸੀਂ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਨਾਂ ਲੈ ਕੇ, ਜਦ ਕਿ ਤੁਸੀਂ ਪੈਰੋਲ ਤੇ ਆਏ ਹੋ ਇੱਕ ਪਾਰਟਿਕੂਲਰ ਕੰਮ ਵਾਸਤੇ, ਔਰ ਉਸ ਤੋਂ ਬਾਅਦ ਤੁਸੀਂ ਪੋਲੀਟੀਕਲ ਸਟੇਟਮੈਂਟ ਦੋਨੋਂ, ਉਹ ਆਪਣੇ ਆਪ ਹੀ ਬੜਾ ਕੁਐਸਚਨੇਬਲ ਇਸ ਕਰਕੇ ਹੈ ਕਿਉਂਕਿ ਮੈਂ ਨਹੀਂ ਕਹਿ ਰਿਹਾ ਕਿ ਉਹਨਾਂ ਨੇ ਅਕਾਲੀ ਦਲ ਨੂੰ ਹਮਾਇਤ ਕੀਤੀ ਹੈ, ਐਸਜੀਪੀਸੀ ਨੂੰ ਹਮਾਇਤ ਕੀਤੀ, ਉਹ ਇੱਕ ਡਿਫਰੈਂਟ ਇਸ਼ੂ ਹੈ। ਗੱਲ ਇਹ ਹੈ ਤੁਸੀਂ ਪੋਲੀਟੀਕਲ ਵਾਟਰਸ ਨੂੰ ਟੱਚ ਹੀ ਕਿਉਂ ਕਰ ਰਹੇ ਹੋ, ਜਦਕਿ ਤੁਹਾਡੇ ਪੈਰੋਲ ਤੇ ਆਉਣ ਦਾ ਮਕਸਦ ਹੀ ਬਿਲਕੁਲ ਡਿਫਰੈਂਟ ਹੈ। ਇਸ ਕਰਕੇ ਜਦ ਆਪਾਂ ਇਹ ਗੱਲ ਕਰਦੇ ਹਾਂ ਕਿ ਉਹਨਾਂ ਨੇ ਜੀ ਐਸਜੀਪੀਸੀ ਦੀ ਗੱਲ ਕੀਤੀ, ਅਕਾਲੀ ਦੀ ਗੱਲ ਕੀਤੀ, ਸਪੋਰਟ ਦੀ ਗੱਲ ਕੀਤੀ, ਜਦ ਤੁਸੀਂ ਸਪੋਰਟ ਦੀ ਗੱਲ ਕਰੋਗੇ ਤੇ ਉਹ ਡੈਫੀਨਿਟਲੀ ਦੂਸਰਿਆਂ ਨੂੰ ਉਹ ਚੀਜ਼ ਚੁਭੇਗੀ ਕਿ ਇਹਦਾ ਮਤਲਬ ਹੈਗਾ ਕਿ ਉਹਨਾਂ ਦੀ ਸਪੋਰਟ ਦਾ ਮਤਲਬ ਸਾਡੀ ਆਪਸ ਜਿਹੜੀਆਂ ਬਾਕੀ ਦੀਆਂ ਪੋਲੀਟੀਕਲ ਪਾਰਟੀਆਂ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਕਾਂਗਰਸ ਹੈ, ਤੇ ਜਿਹੜੇ ਪ੍ਰਤਿਆਸ਼ੀ ਹੈ, ਜਦ ਪਾਰਟਿਕੂਲਰ ਘਟਕ ਦਲ ਨੂੰ ਜਾਂ ਉਸ ਵਿਚਾਰਧਾਰਾ ਨੂੰ ਕੋਈ ਬੰਦਾ ਸਪੋਰਟ ਕਰਕੇ ਲੰਘਦਾ ਹੈ ਔਰ ਉਸ ਵੇਲੇ ਇਸ ਵੇਲੇ ਇਸ਼ੂ ਹੀ ਬਿਲਕੁਲ ਡਿਫਰੈਂਟ ਹੈ, ਤਾਂ ਨੈਚੁਰਲੀ ਡਿਬੇਟ ਤਾਂ ਹੋਏਗੀ। ਔਰ ਡਿਬੇਟ ਜਿਹੜੀ ਹੈਗੀ ਆ ਉਹ ਤੁਸੀਂ ਚੱਕ ਵੀ ਲੱਤੀ ਹੈ। ਅੱਜ ਦਾ ਜਿਹੜਾ ਮੁੱਦਾ ਹੈਗਾ ਉਹ ਬੇਸਿਕਲੀ ਤਾਂ ਇਹ ਹੈਗਾ ਕਿ ਕਿਆ ਡਿਬੇਟ ਹੋਣੀ ਚਾਹੀਦੀ ਹੈ। ਡੈਫੀਨਿਟਲੀ ਹੋਏਗੀ ਡਿਬੇਟ, ਕਿਉਂਕਿ ਪਾਰਟਿਕੂਲਰ ਪਾਰਟੀ ਜਾਂ ਪਾਰਟਿਕੂਲਰ ਵਿਚਾਰਧਾਰਾ ਨੂੰ ਸਪੋਰਟ ਕਰਕੇ ਦਾ ਮਤਲਬ ਇਹ ਹੈਗਾ ਕਿ ਦੂਸਰਿਆਂ ਨੂੰ ਤੁਸੀਂ ਅਪੋਜ਼ ਕਰ ਰਹੇ ਹੋ ਕਿ ਵੀ ਇਹਨਾਂ ਨੂੰ ਵੋਟ ਪਾਓ, ਇਹਨਾਂ ਨੂੰ ਵੋਟ ਨਾ ਪਾਓ, ਕਹਿਣ ਦੀ ਲੋੜ ਨਹੀਂ ਹੈ। ਬਾਈ ਡਿਫਾਲਟ ਮਤਲਬ ਇਹੀ ਹੈ। ਤੁਹਾਨੂੰ ਇਹ ਧਰੁਵੀਕਰਨ ਦੀ ਪੋਲਿਟਿਕਸ ਲੱਗਦੀ ਹੈ ਮਿਸਟਰ ਖਾਲਿਦ? ਦੇਖੋ ਡੈਫੀਨਿਟਲੀ ਜਦ ਤੁਸੀਂ ਇਲੈਕਸ਼ਨ ਦੇ ਟਾਈਮ ਤੇ ਕਿਸੇ ਵੀ ਪਾਰਟੀ ਦੀ ਸਪੋਰਟ ਕਰਦੇ ਹੋ, ਇਹਦਾ ਮਤਲਬ ਤੁਸੀਂ ਬਾਕੀ ਨੂੰ ਅਪੋਜ਼ ਕਰ ਰਹੇ ਹੋ।
ठीक ठीक। गुरचरण सिंह ग्रेवाल, मैं एक विजुअल देख रहा सी, हो सकता मेरे तो कोई गलती हो गई होवे देखਣ ਦੇ ਵਿੱਚ। गुरचरण सिंह ग्रेवाल, ਤੁਸੀਂ ਮਿਸਟਰ ਰਾਜੋਆਣਾ ਦੇ ਕੰਨ ਵਿੱਚ ਕੁਝ ਕਹਿ ਰਹੇ ਸੀਗੇ, ਕੀ ਕਹਿ ਰਹੇ ਸੀਗੇ? ਉਹ ਮੈਂ ਉਹੀ ਕਹਿ ਰਿਹਾ ਸੀ ਕਿ ਪੁਲਿਸ ਦਾ ਪੂਰਾ ਜ਼ੋਰ ਲੱਗਾ ਸੀ ਕਿ ਬਿਲਕੁਲ ਟਾਈਮ ਤੋਂ 2 ਮਿੰਟ ਪਹਿਲਾਂ ਬਾਹਰ ਚਲੇ ਜਾਣਾ। ਇਸ ਕਰਕੇ ਉਹਨਾਂ ਨੂੰ ਕਹਿ ਰਹੇ ਸੀਗੇ ਕਿ ਤੁਸੀਂ ਕਿਸੇ ਹਿਸਾਬ ਨਾਲ ਮੰਨ ਲਓ ਹੁਣ ਆਪਣਾ ਜਿਹੜਾ ਭਾਸ਼ਣ ਹੈ ਜਾਂ ਵਿਚਾਰ ਹੈ ਜਾਂ ਆਪਣਾ ਬਲਬਲਾ ਉਹਨੂੰ ਸੰਕੋਚੋ। ਮੇਰੀ ਕੇਪੀ ਜੀ ਮੇਰੀ ਇਹ ਗੱਲ ਆ ਕਿ ਨਹੀਂ, ਕਿਤੇ ਤੁਸੀਂ ਗਰੇਵਾਲ ਸਾਹਿਬ ਕਿਤੇ ਤੁਸੀਂ ਇਹ ਤਾਂ ਨਹੀਂ ਕਹਿ ਰਹੇ ਸੀਗੇ ਕਿ ਅਕਾਲੀ ਦਲ ਦਾ ਜ਼ਿਕਰ ਕਰ ਦਿਓ? ਅੱਛਾ, ਨਹੀਂ ਕੋਈ ਉਹਨਾਂ ਨੂੰ ਕੋਈ ਇਹ ਗੱਲ ਨਾ ਕਹਿ ਸਕਦਾ, ਨਾ ਹੀ ਕਹਿਣ ਦੀ ਲੋੜ ਆ, ਕਿਉਂਕਿ ਉਹਨਾਂ ਦੀ ਵਿਚਾਰਧਾਰਾ ਇਹ ਆ। ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ, ਚੰਗਾ ਨਹੀਂ ਲੱਗਾ ਇਸ ਗੱਲ ਤੇ। ਰਾਜਨੀਤਿਕ ਡਿਬੇਟ ਆਪਾਂ ਬਹੁਤ ਵਾਰੀ ਕਰਦੇ ਆ, ਸਾਰੇ ਪੈਨਲਿਸਟ ਆਪਾਂ ਆਉਂਦੇ ਜਾਂਦੇ ਰਹਿੰਦੇ ਆ, ਪਰ ਮੈਨੂੰ ਲੱਗਾ ਇਹ ਗੱਲ ਕਿਸੇ ਨੇ ਨਹੀਂ ਕੀਤੀ ਕਿ ਮਨੁੱਖੀ ਕਹਿੰਦੇ ਕਦਰਾਂ ਕੀਮਤਾਂ ਦੇ ਤਹਿਤ ਉਸ ਦੀ ਸਥਿਤੀ 'ਚ ਖੜ ਕੇ ਕਿਸੇ ਨੇ ਨਹੀਂ ਵੇਖਿਆ। ਮੈਂ ਖਾਲਦ ਸਾਹਿਬ ਨੂੰ ਬੇਨਤੀ ਇਹ ਕਰਦਾ, ਖਾਲਦ ਸਾਹਿਬ ਕਹਿੰਦੇ ਵੀ ਟਾਈਮਿੰਗ ਬੜੀ ਮਾੜੀ ਆ। ਹੁਣ ਮੈਨੂੰ ਇਹ ਦੱਸੋ ਕਿ ਉਹਨਾਂ ਦੇ ਸਰਕਾਰਯੋਗ ਪਿਤਾ ਜੀ ਨਹੀਂ, ਮਾੜੀ ਸ਼ਬਦ ਨਹੀਂ ਬੋਲਿਆ ਉਹਨਾਂ ਨੇ। ਗਰੇਵਾਲ ਸਾਹਿਬ ਗਰੇਵਾਲ ਸਾਹਿਬ ਉਹਨਾਂ ਨੇ ਮਾੜੀ ਸ਼ਬਦ ਨਹੀਂ ਬੋਲਿਆ, ਉਹਨਾਂ ਨੇ ਕਿਹਾ ਟਾਈਮਿੰਗ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਗਰੇਵਾਲ ਸਾਹਿਬ, ਮੈਂ ਸਰਕਾਰ ਦੇਣਾ ਤੁਹਾਡਾ ਖਾਲਦ ਸਾਹਿਬ ਦਾ। ਮੈਂ ਇਹ ਗੱਲ ਕਰਦਾ ਕਿ ਇਹਨਾਂ ਨੇ ਕਿਹਾ ਕਿ ਟਾਈਮਿੰਗ ਉਹ ਆ, ਮਤਲਬ ਹੁਣ ਟਾਈਮਿੰਗ ਉਹਨਾਂ ਦੇ ਸਰਕਾਰਯੋਗ ਪਿਤਾ ਜੀ ਨੇ ਆਪ ਇਹ ਟਾਈਮਿੰਗ ਚੁਣੀ ਕਿ ਇਸ ਸਮੇਂ ਤੇ ਮੈਂ ਚੋਣਾਂ ਆਉਣੀਆਂ ਤੇ ਚੋਣਾਂ ਦੇ ਵਿੱਚ ਕਿਤੇ ਹੋ ਸਕੇ ਤੇ ਰਾਜੋਆਣਾ ਸਾਹਿਬ ਬਾਹਰ ਆਉਣ ਤੇ ਉਹ ਆਪਦੀ ਗੱਲ ਕਰਨ। ਇਹ ਦੇਖੋ ਟਾਈਮਿੰਗ ਦਾ ਇਹਦੇ ਨਾਲ ਇਸ ਗੱਲ ਨਾਲ ਕੋਈ ਸੰਬੰਧ ਨਹੀਂ। ਦੂਜੀ ਗੱਲ, ਪਰੋਲ ਮਿਲੀ ਆ, ਜਿਹੜੇ ਬੰਦੇ ਨੇ 26 ਸਾਲ ਤੋਂ ਇੱਕ ਤਸ਼ੱਦਦ ਚੱਲ ਰਿਹਾ, ਉਹ ਆਪਣੇ ਮਨ ਦੀ ਗੱਲ ਨਹੀਂ ਕਰ ਸਕਦਾ। ਜਿਹੜੀ ਕਾਂਗਰਸ ਪਾਰਟੀ, ਮੇਰਾ ਵੀਰ ਢਿੱਲੋਂ ਸਾਹਿਬ ਗੱਲ ਕਰ ਰਹੇ ਸੀ, ਬੜਾ ਰਟਿਆ ਹੋਇਆ ਲੈਕਚਰ ਇਹਨਾਂ ਨੇ ਗੱਲ ਕੀਤੀ ਆ। ਮੈਨੂੰ ਇਹ ਦੱਸੋ ਕਿ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਕਿਹੜੀ ਬੇਅਦਬੀ ਦੀ ਗੱਲ ਕਰਦੇ ਨੇ? ਫਿਰ ਇਹਨਾਂ ਨੇ ਕਿਹਾ, ਇੱਕ ਮਿੰਟ ਗੱਲ ਪੂਰੀ ਹੋਣ ਦਿਓ ਜੀ ਗਿੱਪੀ ਜੀ। ਇਹਨਾਂ ਨੇ ਕਿਹਾ, ਵੀਰ ਨੇ ਇਹ ਗੱਲ ਕਹੀ ਕਿ ਕਾਲੀ ਦੋਸ਼ੀ ਆ, ਫਲਾਣਾ ਦੋਸ਼ੀ ਆ। ਤੁਸੀਂ ਸਹੁੰ ਖਾ ਕੇ ਆਏ ਸੀ, ਭਾਵੇਂ ਕਿਸੇ ਨੇ ਸਹੁੰ ਖਾਧੀ, ਤੁਸੀਂ ਸਾਰੇ ਸੀ। ਗੁਰਦਾ ਸਾਹਿਬ ਦੀ ਸਹੁੰ ਨਸ਼ਾ ਨੇ ਵੀ ਖਾਧੀ, ਵਿਅਕਤੀ ਨੇ ਵੀ ਖਾਧੀ। ਨਹੀਂ ਗਰੇਵਾਲ ਸਾਹਿਬ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਕਾਂਗਰਸ ਠੀਕ ਉਹਦੇ ਲਈ ਜ਼ਿੰਮੇਵਾਰ ਹੈ। ਗਰੇਵਾਲ ਸਾਹਿਬ, ਇਹ ਸਵਾਲ ਕਾਂਗਰਸ ਤੋਂ ਵਾਰ-ਵਾਰ ਹੋਣਾ ਚਾਹੀਦਾ। ਗਰੇਵਾਲ ਸਾਹਿਬ ਪਰ ਸਵਾਲ ਇਹ ਹੈ, ਗਰੇਵਾਲ ਸਾਹਿਬ ਪਤਾ ਸਵਾਲ ਕਿਉਂ? ਮੈਂ ਤੁਹਾਨੂੰ ਦੱਸਾਂ ਗਰੇਵਾਲ ਸਾਹਿਬ, ਮੈਂ ਸਰ ਤੁਹਾਡੀ ਗੱਲ ਹੀ ਸੁਣ ਰਿਹਾ। ਗਰੇਵਾਲ ਸਾਹਿਬ ਮੈਂ ਤੁਹਾਡੀ ਗੱਲ ਸੁਣ। ਸਰ ਸਵਾਲ ਤਾਂ ਸੁਣ ਲਓ ਨਾ। ਰਾਜੋਆਣਾ ਨਾਲ ਹੱਡ ਬੀਤੀ, ਜਿਹੜੀ ਹੱਡ ਬੀਤੀ ਹੋਈ ਹੈ ਰਾਜੋਆਣਾ ਨੇ ਉਹ ਤੁਹਾਡੇ ਸਾਹਮਣੇ ਦੱਸਤੀ। ਚਲੋ ਗਰੇਵਾਲ ਸਾਹਿਬ ਸਵਾਲ ਇਸ ਕਰਕੇ ਉੱਠ ਰਿਹਾ ਹੈ ਕਿਉਂਕਿ ਤੁਸੀਂ ਕਹਿ ਰਹੇ ਸੀ ਅਕਾਲੀ ਵਿਚਾਰਧਾਰਾ ਦੀ ਉਹਨਾਂ ਨੇ ਗੱਲ ਕੀਤੀ ਹੈ। ਅਕਾਲੀ ਵਿਚਾਰਧਾਰਾ ਬਹੁਤ ਉੱਚੀ ਹੈ ਸਰ, ਮੋਰਚੇ ਲਾ ਕੇ ਅਕਾਲੀ ਵਿਚਾਰਧਾਰਾ ਇੱਥੋਂ ਤੱਕ ਪਹੁੰਚੀ ਹੈ ਸਰ। ਇਹਦੇ ਵਿੱਚ ਕੋਈ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾਗਾ। ਬਹੁਤ ਕੁਰਬਾਨੀਆਂ ਦਿੱਤੀਆਂ, ਕਿਸੇ ਨੂੰ ਕੋਈ ਸ਼ੱਕ ਨਹੀਂ ਹੁੰਦਾ, ਪਰ ਅਕਾਲੀ ਵਿਚਾਰਧਾਰਾ ਜਿੱਥੇ ਅੱਜ ਖੜੀ ਹੈ ਸਰ, ਸਵਾਲ ਉਸ ਤੇ ਹੈ ਗਰੇਵਾਲ ਸਾਹਿਬ। ਇਸ ਕਰਕੇ ਸਵਾਲ ਕਰ ਰਹੇ ਤੁਹਾਡੇ ਆਪੋਜੀਸ਼ਨ ਵਾਲੇ। ਦੇਖੋ ਕੇਪੀ ਜੀ, ਮੈਂ ਇਹ ਗੱਲ ਕਰਦਾ, ਇਹਨਾਂ ਦੇ ਜਿਹੜੇ ਵਿਚਾਰ ਨੇ ਇਹ ਆਪੋ ਆਪਣੇ ਵਿਚਾਰ ਆ, ਮੈਂ ਰੋਕ ਨਹੀਂ ਸਕਦਾ। ਦੁਨੀਆ ਨੂੰ ਪਤਾ, ਲੋਕਾਂ ਨੂੰ ਪਤਾ ਵੀ ਅਕਾਲੀ ਵਿਚਾਰਧਾਰਾ ਕੀ ਆ। 20 ਤਰੀਕ ਨੂੰ ਜਿਹੜਾ ਨਤੀਜਾ ਆਉਣਾ ਉਹਦੇ ਚ ਪਤਾ ਲੱਗ ਜਾਣਾ। ਆਪਾਂ ਇਸ ਗੱਲ ਦੀ ਮਾੜੀ ਗੱਲ ਹੈ। ਚਲੋ ਠੀਕ ਗੱਲ ਕਰਦਾ ਕਿ ਉਹਨਾਂ ਦਾ ਦਰਦ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜਿਸ ਪਾਰਟੀ ਨੇ ਉਹਨਾਂ ਨੂੰ ਦਰਦ ਦਿੱਤਾ ਕਿ ਉਹ ਆਪਦੇ ਬਾਪ ਦੇ ਉਸ ਭੋਗ ਤੇ, ਜਿਸ ਬਾਪ ਨੇ 26 ਸਾਲ ਲੜਾਈ ਲੜੀ, ਉਸ ਦੇ ਬਾਰੇ ਚ ਜ਼ਿਕਰ ਵੀ ਨਹੀਂ ਕਰ ਸਕਦੇ। ਚਲੋ ਠੀਕ ਹੈ। ਮੈਂ ਉਸ ਗੱਲ ਤੇ ਆ ਜਾਣਾ। ਮੈਂ ਉਹ ਸਵਾਲ ਲੈ ਕੇ ਆ ਰਿਹਾ ਗਰੇਵਾਲ ਸਾਹਿਬ, ਮਨੁੱਖੀ ਅਧਿਕਾਰ ਵਾਲਾ ਸਵਾਲ ਲੈ ਕੇ ਆ ਰਿਹਾ। ਖਾਲਿਦ ਸਾਹਿਬ, ਇਹ ਜਿਹੜੀ ਇਹ ਪੋਲੀਟੀਕਲ ਸਟੇਟਮੈਂਟ ਜਿਹਦਾ ਜ਼ਿਕਰ ਹੋ ਰਿਹਾ, ਉਸ ਪੋਲੀਟੀਕਲ ਸਟੇਟਮੈਂਟ ਨੂੰ ਜੇ 1 ਮਿੰਟ ਲਈ ਆਪਾਂ ਪਾਸੇ ਰੱਖ ਕੇ ਸੋਚੀਏ, ਬਲਵੰਤ ਸਿੰਘ ਰਾਜੋਆਣਾ ਦੀ ਇਹ ਸਟੇਟਮੈਂਟ ਤਾਂ ਸਾਰਿਆਂ ਨੇ ਚੱਕ ਲਿਆ, ਪਰ ਬਲਵੰਤ ਸਿੰਘ ਰਾਜੋਆਣਾ ਦਾ ਜੋ ਹਾਲ ਕੀਤਾ ਜਾ ਰਿਹਾ ਹੈ ਉਸ ਬਾਬਤ ਕੋਈ ਨਹੀਂ ਗੱਲ ਕਰਦਾ ਪਿਆ। ਮੁਹੰਮਦ ਖਾਲਿਦ, ਦੇਖੋ ਇਦਾਂ ਹੈਗਾ ਕੇਪੀ ਜੀ, ਜੇ ਤੁਸੀਂ ਗੱਲ ਹਿਊਮਨ ਰਾਈਟਸ ਦੀ ਕਰਨੀ ਹੈ ਨਾ, ਤਾਂ ਹਿਊਮਨ ਰਾਈਟ ਦਾ ਕੰਟੈਕਸਟ ਬਹੁਤ ਵੱਡਾ। ਇੰਡੀਆ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਹਾਂ ਕਿ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਹੈ, ਔਰ ਹਿਊਮਨ ਰਾਈਟਸ ਦੀ ਸਭ ਤੋਂ ਜ਼ਿਆਦਾ ਵਾਇਲੇਸ਼ਨ ਸਟੇਟ ਕਰ ਰਿਹਾ ਹੈ। ਜਿਸ ਤਰੀਕੇ ਦੇ ਨਾਲ ਹਜ਼ਾਰਾਂ ਲੋਕ ਜਿਹੜੇ ਹੈਗੇ ਆ, ਉਹ ਪੂਰੇ ਇੰਡੀਆ ਦੀ ਮੈਂ ਗੱਲ ਕਰ ਰਿਹਾ, ਪੰਜਾਬ ਦੀ ਪਰਟੀਕੂਲਰਲੀ, ਹਜ਼ਾਰਾਂ ਲੋਕ ਜਿਹੜੇ ਹੈਗੇ ਆ ਅੰਡਰ ਟ੍ਰਾਇਲਸ ਸਾਲਾਂ ਬੱਧੀ ਜੇਲ੍ਹਾਂ ਦੇ ਵਿੱਚ ਬੈਠੇ ਆ, ਸਾਲਾਂ ਬੱਧੀ ਜਿਹੜਾ ਹੈਗੇ ਆਪਣੇ ਪੇਰੈਂਟਸ ਤੋਂ, ਆਪਣੀ ਫੈਮਿਲੀਜ਼ ਤੋਂ ਦੂਰ ਬੈਠੇ ਆ। ਉਹਨਾਂ ਉਸ ਤੋਂ ਬਾਅਦ ਅਲਟੀਮੇਟਲੀ ਕੀ ਹੁੰਦਾ, 8-10 ਸਾਲ ਬਾਅਦ ਦੇ ਆਰ ਸੈਟ ਫ੍ਰੀ। ਕੋਰਟਾਂ ਕਹਿੰਦੀਆਂ ਨਹੀਂ ਇਹਨਾਂ ਦੇ ਅਗੇਂਸਟ ਕੋਈ ਕੇਸ ਨਹੀਂ ਬਣਦਾ। ਤਾਂ ਤੁਸੀਂ ਦੱਸੋ ਉਹ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈ ਕਿ ਨਹੀਂ ਹੈ? ਆਪਾਂ ਅਗਰ ਹਿਊਮਨ ਰਾਈਟਸ ਦਾ ਕੰਟੈਕਸਟ ਕਰਨਾ ਹੈ ਤਾਂ ਸਿਰਫ ਰਾਜੋਆਣਾ ਦੇ ਕੰਟੈਕਸਟ ਨਹੀਂ ਗੱਲ ਕਰਾਂਗੇ, ਫਿਰ ਆਪਾਂ ਪੂਰੇ ਸਟੇਟ ਦੀ ਸਿਸਟਮ ਦੀ ਗੱਲ ਕਰਾਂਗੇ, ਜਿਹੜਾ ਸਿਸਟਮ ਹਿਊਮਨ ਰਾਈਟਸ ਨੂੰ ਬੁਰੀ ਤਰ੍ਹਾਂ ਟ੍ਰੈਂਪਲ ਕਰ ਰਿਹਾ ਹੈ। ਔਰ ਉਹਦੇ ਵਿੱਚ ਜਿਹੜਾ ਹੈਗਾ ਉਹ ਰਾਜੋਆਣਾ ਇੱਕੋ ਦਾ ਪਾਰਟ ਹੈ।
ਲੇਕਿਨ ਬਾਕੀ ਜਿਹੜੇ ਲੋਕ ਹੈਗੇ ਆ ਜਿਹੜੇ ਪੂਰੇ ਇੰਡੀਆ ਦੀਆਂ ਜੇਲ੍ਹਾਂ ਦੇ ਵਿੱਚ ਬੈਠੇ ਆ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ। ਮੈਂ ਇਸ ਚੀਜ਼ ਨੂੰ 100% ਐਗਰੀ ਕਰਦਾ KP ਜੀ ਕਿ ਹਿਊਮਨ ਰਾਈਟਸ ਦੀ ਵਾਇਲੇਸ਼ਨ ਰੱਜ ਕੇ ਹੋ ਰਹੀ ਹੈ ਇਸ ਦੇਸ਼ ਦੇ ਵਿੱਚ ਔਰ ਸਟੇਟ ਸਭ ਤੋਂ ਵੱਡਾ ਹਿਊਮਨ ਰਾਈਟਸ ਵਾਇਲੇਟ ਕਰ ਰਿਹਾ ਹੈ। ठीक है मैं छोटा ब्रेक लूँगा, ब्रेक तो वापस आवांगे। बाकी मैं उन्होंने को भी जाना पैरोल तो आए राजूआणा के नाल कौन कौन दिखिया। मिस्टर गरेवाल साडे कोल बैठे हुए उन्होंने बिल्कुल नेड़े खड़े रहे पूरा टाइम, पर राजूआणा ने किहड़ी सियासी बहस छेड़ दी है। इस सवाल के विचाले कि मनुखी अधिकारां वाला सवाल है जिहड़ा वो मिस तो नहीं हो रहा कि उस सवाल को एड्रैस करने की कोशिश की जा रही है जां उस सवाल को दरकिनार किया जा रहा है। बहुत सारे सवाल वापस आ रहे हैं। ਸ਼ਹੀਦਾਂ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਤਾਂ ਹੀ ਮਿਲੇਗੀ ਜਦੋਂ ਇਹਨਾਂ ਕਾਤਲਾਂ ਦਾ ਰਾਜ ਇਸ ਧਰਤੀ ਤੋਂ ਖਤਮ ਹੋਵੇਗਾ। ਬਲਵੰਤ ਸਿੰਘ ਰਾਜੋਆਣਾ ਦੀ ਪੈਰੋਲ ਨੇ ਪੰਜਾਬ ਦੀ ਪੋਲਿਟਿਕਸ ਨੂੰ ਕਿਹੜੇ ਰਾਹ ਪਾਇਆ। ਗੁਰਚਰਨ ਸਿੰਘ ਗਰੇਵਾਲ ਇੱਕ ਸਵਾਲ ਦਾ ਜਵਾਬ ਦੇ ਦਿਓ, ਛੋਟਾ ਜਿਹਾ ਜਵਾਬ ਦਿਓ ਪਲੀਜ਼, ਮੈਂ ਬਾਕੀ ਮੈਂ ਉਹਨਾਂ ਕੋਲ ਜਾਣਾ। ਗੁਰਚਰਨ ਸਿੰਘ ਗਰੇਵਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, SGPC ਦੇ ਪ੍ਰਧਾਨ, ਅਕਾਲ ਤਖਤ ਸਾਹਿਬ ਦੇ ਜਥੇਦਾਰ, ਉਹਨਾਂ ਨੇ ਮਿਸਟਰ ਰਾਜੋਆਣਾ ਦੇ ਇਸ ਬਿਆਨ ਦਾ ਸਵਾਗਤ ਕੀਤਾ ਸਰ। ਦੇਖੋ ਜੀ, ਸਵਾਗਤ ਕਰਨਾ ਬਣਦਾ। ਚਲੋ ਇਹ ਇਸ ਪੰਜਾਬ ਦੀ ਸਥਿਤੀ ਦੇ ਅੰਦਰ ਜਿਨ੍ਹਾਂ ਨੇ ਕੀਤਾ ਹੋਇਆ ਮੈਨੂੰ ਪਤਾ ਨਹੀਂਗਾ। ਜਥੇਦਾਰ ਸਾਹਿਬ ਉੱਥੇ ਆਏ ਨੇ, ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਆਏ ਨੇ, ਅਕਾਲੀ ਦਲ ਦੇ ਪ੍ਰਧਾਨ ਨੇ ਕੀਤਾ ਨਹੀਂ ਕੀਤਾ ਮੈਨੂੰ ਉਹਦੇ ਬਾਰੇ ਨਹੀਂ ਪਤਾ, ਤੁਹਾਨੂੰ ਉਹਦੇ ਬਾਰੇ ਜਾਣਕਾਰੀ ਹੋਏਗੀ। ਪਰ ਮੈਂ ਇਹ ਗੱਲ ਕਰਦਾ ਕਿ ਜਿਹੜੀ ਗੱਲ ਰਾਜੋਆਣਾ ਸਾਹਿਬ ਨੇ ਕਹੀ ਆ, ਖਾਲਸਾ ਸਾਹਿਬ ਮੈਂ ਬੇਨਤੀ ਕਰਦਾ ਕਿ ਅੱਜ ਆਪਾਂ ਰਾਜੋਆਣਾ ਸਾਹਿਬ ਦੇ ਬਾਰੇ ਚ ਗੱਲ ਕਰ ਰਹੇ ਹਾਂ, ਇਸ ਕਰਕੇ ਉਹਦੇ ਬਾਰੇ ਗੱਲ ਕਰਨੀ ਕੋਈ ਗੁਨਾਹ ਨਹੀਂ। ਚਲੋ ਠੀਕ ਦੀ ਗੱਲ ਆ ਉਹ ਹੋ ਰਿਹਾ, ਮੈਂ ਤੁਹਾਡੇ ਨਾਲ ਸਹਿਮਤ। ਚਲੋ ਠੀਕ ਹੈ। ਜਗਮੀਤ ਢਿੱਲੋਂ, ਮਨੁੱਖੀ ਅਧਿਕਾਰਾਂ ਦੇ ਮਾਮਲੇ ਵਿੱਚ ਇਹ ਮੁੱਦਾ ਚੁੱਕਣਾ ਚਾਹੀਦਾ ਕਿ ਨਹੀਂ ਚੁੱਕਣਾ ਚਾਹੀਦਾ, ਕਿਉਂਕਿ ਰਵਨੀਤ ਬਿੱਟੂ ਨੇ ਲਗਾਤਾਰ ਇਸ ਮੁੱਦੇ ਤੇ ਵਿਰੋਧ ਕੀਤਾ। ਬੇਅੰਤ ਸਿੰਘ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਨੇ। ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਉਹ ਉਮੀਦਵਾਰ ਰਹੇ ਨੇ, ਮੁੱਖ ਮੰਤਰੀ ਬਣੇ ਨੇ, ਸਭ ਕੁਛ ਹੈ ਤੁਹਾਡੀ ਪਾਰਟੀ ਦੇ ਹੋ ਰਹੇ ਨੇ। ਜਗਮੀਤ ਸਿੰਘ ਢਿੱਲੋਂ, ਕੀ ਮਨੁੱਖੀ ਅਧਿਕਾਰਾਂ ਬਾਰੇ ਗੱਲ ਕਾਂਗਰਸ ਕਰੂਗੀ ਜਾਂ ਨਹੀਂ ਕਰੂਗੀ? ਜੀ ਮੈਂ ਸਮਝਦਾ ਕਾਂਗਰਸ ਪਹਿਲਾਂ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੀ ਰਹੀ ਹੈ। ਜਦੋਂ ਬਲਵੰਤ ਸਿੰਘ ਰਾਜੋਆਣਾ ਜੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਤਾਂ ਉਦੋਂ ਕਾਂਗਰਸ ਦੀ ਹਿੰਦੁਸਤਾਨ ਵਿੱਚ ਸਰਕਾਰ ਸੀ, ਉਦੋਂ ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸਰਕਾਰ ਸੀ। ਇਹਨਾਂ ਵੀ ਬੇਨਤੀ ਕੀਤੀ ਕਿ ਉਹਨਾਂ ਨੂੰ ਫਾਂਸੀ ਅਸੀਂ ਨਹੀਂ ਦੇਣੀ, ਕਿਉਂਕਿ ਉਸ ਦੇ ਨਾਲ ਅਗਰ ਸਥਿਤੀ ਵਿਗੜਦੀ ਹੈ ਤਾਂ ਉਦੋਂ ਵੀ ਕਾਂਗਰਸ ਦੀ ਸਰਕਾਰ ਨੇ, ਰਾਸ਼ਟਰਪਤੀ ਸਾਹਿਬ ਨੇ ਉਹਨਾਂ ਦੀ ਜਿਹੜੀ ਆ ਫਾਂਸੀ ਦੀ ਮਾਫੀ ਕੀਤੀ। ਉਸ ਤੋਂ ਬਾਅਦ ਵੀ ਮੈਂ ਸਮਝਦਾ ਕਿ ਜਿਹੜਾ ਇਹ ਕੋਰਟ ਦੇ ਵਿੱਚ ਮਾਮਲਾ ਹੈ, ਬਲਵੰਤ ਸਿੰਘ ਰਾਜੋਆਣਾ ਜੀ ਵੱਲੋਂ ਵੀ ਆਏ ਦਿਨ ਉੱਥੇ ਕਿਹਾ ਗਿਆ ਹੈ ਕਿ ਮੈਨੂੰ ਫਾਂਸੀ ਤੇ ਲਗਾਇਆ ਜਾਵੇ। ਉਹਨਾਂ ਨੂੰ ਮੈਂ ਦੱਸਣਾ ਚਾਹਾਂ ਕਿ ਉਹਨਾਂ ਨੇ ਅੱਜ ਤੱਕ ਕਦੇ ਵੀ ਅਪੀਲ ਨਹੀਂ ਸੀ ਕੀਤੀ ਆਪਣੀ ਫਾਂਸੀ ਦੇ ਖਿਲਾਫ। ਉਹਨਾਂ ਹਮੇਸ਼ਾ ਹੀ ਕਿਹਾ ਕਿ ਮੈਨੂੰ ਫਾਂਸੀ ਦੇ ਜਿਹੜੇ ਰਸਤੇ ਨੂੰ ਮੈਂ ਸੁਣਨ ਲਈ ਤਿਆਰ ਹਾਂ। ਤੇ ਰਹੀ ਗੱਲ ਮਨੁੱਖੀ ਅਧਿਕਾਰਾਂ ਦੀ, ਪਿੱਛੇ ਜੇ ਇੱਕ ਤੁਸੀਂ ਦੇਖਿਆ ਹੋਣਾ 2017 ਦੀ ਗੱਲ ਸੀ ਕਿ ਸਾਡੇ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਸੀ, ਉਹਨਾਂ ਨੇ ਵੀ ਕਿਹਾ ਸੀ ਕਿ ਵਰਕ ਜਿਹੜਾ ਬਰਡਨ ਹੈ ਕੋਰਟਾਂ ਕਚਹਿਰੀਆਂ ਦਾ ਉਹ ਇੰਨਾ ਕੁ ਜ਼ਿਆਦਾ ਹੈ ਕਿ ਹਰ ਇੱਕ ਜਿਹੜਾ ਕੋਈ ਵੀ ਕੇਸ ਹੈ ਉਸ ਤੇ ਇੱਕ ਜੱਜ ਪਿੱਛੇ ਲੱਖਾਂ ਕੇਸ ਨੇ। ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਸਮਾਗਮ ਵਿੱਚ ਆਏ ਸੀ ਤਾਂ ਉਹਨਾਂ ਨੇ ਬੇਨਤੀ ਕੀਤੀ ਸੀ ਉਹਨਾਂ ਨੂੰ ਵੀ ਕਿ ਜਿਹੜੇ ਜੱਜਿਸ ਦੀ ਗਿਣਤੀ ਹੈ ਉਸ ਨੂੰ ਵਧਾਇਆ ਜਾਵੇ। ਮੈਂ ਸਮਝਦਾ ਕਿ ਅਗਰ ਮਨੁੱਖੀ ਅਧਿਕਾਰਾਂ ਲਈ ਚਲੋ ਸਾਡੇ ਬੜੇ ਕਮਿਸ਼ਨ ਵੀ ਨੇ, ਅਗਰ ਉਹਨਾਂ ਕਮਿਸ਼ਨਾਂ ਮਿਸਟਰ ਢਿੱਲੋਂ ਤੁਸੀਂ ਵਕੀਲ ਹੋ। ਮਿਸਟਰ ਢਿੱਲੋਂ, ਤੁਸੀਂ ਉਹ ਗੱਲ ਕੀਤੀ ਹੈ ਕਿ ਵਕੀਲ ਘੱਟ ਹੈ, ਜੱਜ ਘੱਟ ਹੈ। ਮੇਰਾ ਸਵਾਲ ਹੈ ਜਗਮੀਤ ਸਿੰਘ ਢਿੱਲੋਂ, ਇਹ ਸਿਆਸੀ ਮੁੱਦਾ ਹੈ ਜਾਂ ਇਹ ਕਾਨੂੰਨੀ ਮੁੱਦਾ? ਜੀ ਮੈਂ ਸਮਝਦਾ ਕਿ ਕਾਨੂੰਨ ਨੇ, ਦੇਖੋ ਜਦੋਂ ਕੋਰਟ ਦੇ ਜਿਹੜੇ ਜੱਜ ਸਾਹਿਬਾਨ ਨੇ ਉਹਨਾਂ ਤੇ ਕੋਈ ਪ੍ਰੈਸ਼ਰ ਨਹੀਂ ਹੁੰਦਾ, ਜਦੋਂ ਵੀ ਉਹਨਾਂ ਨੇ ਕੋਈ ਵੀ ਫੈਸਲਾ ਲੈਣਾ ਹੁੰਦਾ ਉਹ ਸੋਚ ਸਮਝ ਕੇ ਲੈਂਦੇ ਨੇ। ਸ਼ਾਇਦ ਹਾਈ ਕੋਰਟ ਸਾਡੇ ਨੂੰ ਇਹ ਸਰ ਮੈਂ ਪੁੱਛ ਰਿਹਾ ਜਗਮੀਤ ਢਿੱਲੋਂ, ਮੇਰਾ ਸਵਾਲ ਬੜਾ ਸਿੱਧਾ ਹੁੰਦਾ ਸਰ, ਮੈਂ ਵਿੱਚ ਚੱਲਿਆ ਸਵਾਲ ਨਹੀਂ ਕਰਦਾ ਸਰ। ਇਹ ਕਾਨੂੰਨੀ ਮੁੱਦਾ ਜਾਂ ਸਿਆਸੀ ਮੁੱਦਾ ਸਰ? ਜੀ ਮੈਂ ਸਮਝਦਾ ਕਿ ਪਹਿਲਾਂ ਤੇ ਕਾਨੂੰਨੀ ਮੁੱਦਾ ਸੀ ਤੇ ਬਾਅਦ ਵਿੱਚ ਜਦੋਂ ਰਾਜੋਆਣਾ ਸਾਹਿਬ ਆਏ ਤਾਂ ਆਪਣੇ ਪਿਤਾ ਜੀ ਦੇ ਲਈ ਚਲੋ ਇੱਕ ਸ਼ਰਧਾ ਦੇ ਫੁੱਲ ਭੇਟ ਕਰਨ ਸੀ ਤੇ ਉਹਨਾਂ ਨੇ ਅਗਰ ਉੱਥੇ ਸਿਆਸਤ ਦੀ ਗੱਲ ਕੀਤੀ ਹੈ ਤਾਂ ਆਬਵੀਅਸ ਹੈ ਕਿ ਅਗਰ ਉਹਨਾਂ ਨੇ ਕੋਈ ਸਿਆਸੀ ਬਿਆਨ ਦਿੱਤਾ ਤਾਂ ਉਹ ਸਿਆਸੀ ਮੁੱਦਾ ਨਹੀਂ ਬਣੇਗਾ। ਮਨੁੱਖੀ ਅਧਿਕਾਰਾਂ ਵਾਲਾ ਮੁੱਦਾ ਜਿਹੜਾ ਇੱਥੇ ਸਵਾਲ ਚੁੱਕਿਆ ਜਾ ਰਿਹਾ ਬਲਵੰਤ ਸਿੰਘ ਰਾਜੋਆਣਾ ਬਾਰੇ, ਕੀ ਉਹ ਸਿਆਸੀ ਮੁੱਦਾ ਜਾਂ ਕਾਨੂੰਨੀ ਮੁੱਦਾ? ਸਰ ਤੁਸੀਂ ਗੋਲ-ਗੋਲ ਘੁੰਮ ਰਹੇ ਹੋ ਜਾਂ ਮੈਨੂੰ ਘੁਮਾ ਰਹੇ ਹੋ ਸਰ? ਮੈਂ ਤੁਹਾਨੂੰ ਕੋਈ ਨਹੀਂ ਘੁਮਾ ਰਿਹਾ। ਮੈਂ ਸਮਝਦਾ ਕਿ ਇੱਥੇ ਕੋਈ ਵੀ ਮਨੁੱਖੀ ਅਧਿਕਾਰ ਦਾ ਮੁੱਦਾ ਨਹੀਂ ਬਣਦਾ। ਮੈਨੂੰ ਲੱਗਦਾ ਪੋਲਿਟਿਕਸ ਸਾਡੀ ਗੋਲ-ਗੋਲ ਹੀ ਘੁੰਮਦੀ ਹੈ। ਅਹਿਬਾਬ ਗਰੇਵਾਲ, ਤੁਹਾਡੇ ਲਈ ਵੀ ਸਵਾਲ ਬੜਾ ਔਖਾ ਹੋਊਗਾ। ਮਿਸਟਰ ਖਾਲਿਦ ਨੇ ਕਿਹਾ ਹੈ ਕਿ ਮਿਸਟਰ ਰਾਜੋਆਣਾ ਦੀ ਕੱਲੀ ਗੱਲ ਕਿਉਂ, ਬਾਕੀ ਸਾਰਿਆਂ ਦੀ ਗੱਲ ਕਿਉਂ ਨਹੀਂ? ਤੇ ਦਵਿੰਦਰਪਾਲ ਭੁੱਲਰ ਦਾ ਮਾਮਲਾ ਤੁਹਾਡੇ ਸਾਹਮਣੇ ਪਿਆ, ਤੁਹਾਡੇ ਤੋਂ ਵਾਰ-ਵਾਰ ਸਵਾਲ ਕੀਤੇ ਜਾ ਰਹੇ। ਅਹਿਬਾਬ ਗਰੇਵਾਲ, ਤੁਸੀਂ ਆਪਦੇ ਆਪ ਨੂੰ ਕਿੱਥੇ ਖੜਾ ਮਹਿਸੂਸ ਕਰਦੇ ਹੋ? ਮੈਂ ਦੱਸਦਾ ਜੀ, ਦੇਖੋ KP ਜੀ, ਕੋਈ ਮੁਸ਼ਕਿਲ ਨਹੀਂ ਸਵਾਲ ਇਹ। ਜਿਹੜਾ ਖਾੜਕੂਵਾਦ ਵੇਲੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਉਹ ਤਾਂ ਹੋਇਆ,
ਪਰ ਉਦੋਂ ਬਾਅਦ ਜਿਹੜੀ 25 ਸਾਲ ਸ਼ਾਂਤੀ ਬਹਾਲੀ ਹੋਈ ਪੰਜਾਬ 'ਚ, ਕੀ ਜਿਹੜੀ ਬੱਚਿਆਂ ਨੂੰ ਸਿੱਖਿਆ ਨਹੀਂ ਮਿਲੀ ਉਹ ਮਨੁੱਖੀ ਅਧਿਕਾਰ ਨਹੀਂ? ਕੀ ਜਿਹੜੇ ਬੱਚਿਆਂ ਨੂੰ ਜਿਹੜੇ ਲੋਕਾਂ ਨੂੰ ਸਿਹਤ ਸਹੂਲਤਾਂ ਨਹੀਂ ਮਿਲੀਆਂ ਉਹ ਮਨੁੱਖੀ ਅਧਿਕਾਰ ਨਹੀਂ? ਕੀ ਜਿਹੜਾ ਆਪਾਂ ਜ਼ਹਿਰੀਲਾ ਪਾਣੀ ਪੀ ਰਹੇ ਹਾਂ ਉਹ ਮਨੁੱਖੀ ਅਧਿਕਾਰ ਨਹੀਂ? ਕੀ ਜਿਹੜੀ ਆਪਾਂ ਜ਼ਹਿਰੀਲੀ ਹਵਾ ਸੁੰਘ ਰਹੇ ਹਾਂ ਉਹ ਮਨੁੱਖੀ ਅਧਿਕਾਰ ਨਹੀਂ? ਕੀ ਜਿਹੜੀਆਂ ਕੈਂਸਰ ਟ੍ਰੇਨਾਂ ਪੰਜਾਬ ਚੱਲ ਰਹੀਆਂ ਉਹ ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂ? ਕੀ ਜਿਹੜੇ ਆਪਣੇ ਬੱਚੇ ਮਾਰੇ ਫਿਰਦੇ ਆ ਨੌਕਰੀਆਂ ਲਈ ਉਹ ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂ? ਕੀ ਜਿਹੜੇ ਆਪਣੇ ਬੱਚੇ ਜ਼ਮੀਨਾਂ ਵੇਚ ਕੇ ਪ੍ਰਦੇਸਾਂ ਜਾ ਕੇ ਮਜ਼ਦੂਰੀਆਂ ਕਰਨ ਨੂੰ ਮਜਬੂਰ ਹੋ ਗਏ ਨੇ ਕਿਉਂਕਿ ਆਪਣੇ ਸਿਆਸਤਦਾਨ ਇੱਥੇ ਟੋਟਲੀ ਫੇਲ ਹੋਏ ਨੇ, ਉਹ ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂ? ਸਰ, ਮਨੁੱਖੀ ਅਧਿਕਾਰਾਂ ਦਾ ਘਾਣ ਤਾਂ ਸਾਰੇ ਪੰਜਾਬ ਦਾ ਹੋਇਆ, 25 ਸਾਲਾਂ ਤੋਂ ਹੋਇਆ। ਜਦੋਂ ਦੀ ਸ਼ਾਂਤੀ ਬਹਾਲੀ ਹੋਈ ਹੈ ਉਸ ਤੋਂ ਬਾਅਦ ਲਗਾਤਾਰ ਘਾਣ ਹੀ ਹੁੰਦਾ ਆ ਰਿਹਾ। ਆਪਾਂ ਇੱਕ ਜਾਂ ਦੋ ਇੰਡੀਵਿਜੂਅਲਸ ਦੀ ਗੱਲ ਨਾ ਕਰੀਏ, ਆਪਾਂ ਸਾਰੇ ਪੰਜਾਬ ਦੀ ਗੱਲ ਕਰੀਏ। ਆਪਾਂ ਇਹ ਦੇਖੀਏ ਕਿ ਜਿਹੜੇ ਮਨੁੱਖੀ ਅਧਿਕਾਰ ਨੇ ਆਪਣੇ ਸਭ ਦੇ ਬਰਾਬਰ ਨੇ। ਕੱਲ ਤੁਹਾਡੇ ਤੇ ਮੇਰੇ ਬੱਚੇ ਨੂੰ ਵੀ ਹੱਕ ਹੈ ਕਿ ਉਹ ਚੱਜ ਦੀ ਹਵਾ ਸੁੰਘ ਲਵੇ, ਔਰ ਉਹਨੂੰ ਹੱਕ ਹੈ ਕਿ ਸਾਫ਼ ਪਾਣੀ ਪੀ ਲਵੇ। ਤੁਹਾਡੇ ਮੇਰੇ ਨੂੰ ਹੱਕ ਹੈ, ਬਜ਼ੁਰਗਾਂ ਨੂੰ ਹੱਕ ਹੈ, ਆਪਾਂ ਸਭ ਨੂੰ ਹੱਕ ਹੈ ਕਿ ਆਪਾਂ ਨੂੰ ਇਲਾਜ ਚੰਗਾ ਮਿਲ ਜਾਵੇ। ਸੋ ਅਸੀਂ ਤਾਂ ਇਹਨਾਂ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਰਹੇ ਹਾਂ KP ਜੀ। ਬਾਕੀ ਇੱਕ ਇਸ਼ੂ ਟੂ ਇਸ਼ੂ, ਭਾਵੇਂ A ਦਾ ਹੋਵੇ, ਭਾਵੇਂ B ਦਾ ਹੋਵੇ, ਭਾਵੇਂ C ਦਾ ਹੋਵੇ, ਗੱਲਾਂ ਆਪਾਂ ਜਿੰਨੀਆਂ ਮਰਜ਼ੀ ਕਰ ਲਈਏ, ਪਰ ਉਹ ਇਸ਼ੂਜ਼ ਆਉਂਦੇ ਸਿਰਫ ਇਲੈਕਸ਼ਨਾਂ ਤੋਂ ਪਹਿਲਾਂ ਹੀ ਨੇ। ਜਿਹੜੇ ਇਸ਼ੂਜ਼ ਇਬਾਬ ਗਰੇਵਾਲ ਤੁਹਾਨੂੰ ਇਹ ਲੱਗਦਾ ਕਿ ਤੁਹਾਡੀਆਂ ਵਿਰੋਧੀ ਪਾਰਟੀਆਂ ਜਿਹੜੀਆਂ ਮਿਸਟਰ ਭੁੱਲਰ ਦੇ ਮਾਮਲੇ ਤੇ ਹੁਣ ਰਾਜੋਆਣਾ ਦੇ ਮਾਮਲੇ ਦੇ ਵਿੱਚ ਜਿਹੜਾ ਅਕਾਲੀ ਦਲ ਸਟੈਂਡ ਲੈ ਰਿਹਾ, ਤੁਹਾਨੂੰ ਲੱਗਦਾ ਕਿ ਤੁਹਾਡੇ ਵਿਰੁੱਧ ਇੱਕ ਸ਼ੈਲਟਰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਤੁਹਾਨੂੰ ਇਉਂ ਲੱਗਦਾ ਮਿਸਟਰ ਇਬਾਬ? ਸਰ ਦੇਖੋ, ਪਤਾ ਕੀ ਗੱਲ ਹੈ, ਦੇਖੋ ਅਸੀਂ ਛੋਟੇ ਸੀ ਸੁਣਦੇ ਸੀ ਪੰਥ ਖਤਰੇ 'ਚ, ਹੁਣ ਮੋਦੀ ਜੀ ਆ ਕੇ ਕਹਿੰਦੇ ਜੀ ਹਿੰਦੂ ਖਤਰੇ 'ਚ, ਉਧਰ ਮੁਸਲਮਾਨ ਓਵੈਸੀ ਹੋਣੀ ਲੱਗੇ ਕਹਿੰਦੇ ਜੀ ਮੁਸਲਮਾਨ ਖਤਰੇ 'ਚ। ਇਹ ਕੀ ਹੈ ਕਿ ਇਹ ਤਾਂ ਸਰ ਜਿਹੜਾ ਖਤਰਾ ਪੈਦਾ ਕੀਤਾ ਜਾਂਦਾ ਇਹ ਇਮੈਜਿਨਰੀ ਹੁੰਦਾ ਹੈ, ਅਸਲੀ ਨਹੀਂ ਹੁੰਦਾ। ਇਹ ਭਟਕਾਉਣ ਨੂੰ ਕੀਤਾ ਜਾਂਦਾ ਤੇ ਇਹ ਕਰਦੇ ਰਹੇ ਨੇ। ਚਲੋ ਇਬਾਬ ਗਰੇਵਾਲ, ਸਟੈਂਡਸ ਰਿਵਿਊ ਬੋਰਡ ਦੀ ਮੀਟਿੰਗ ਤੁਹਾਡੇ ਵੱਲੋਂ ਸੱਦੀ ਜਾ ਰਹੀ ਹੈ, ਜੇ ਤੁਸੀਂ ਉਸ ਨੂੰ ਇਸ ਮਾਮਲੇ ਦੇ ਬਾਰੇ ਥੋੜਾ ਸੰਜੀਦਗੀ ਨਾਲ ਸੋਚ ਰਹੇ ਹੋ ਜਾਂ ਨਹੀਂ? ਇਬਾਬ ਗਰੇਵਾਲ, ਮਿਸਟਰ ਭੁੱਲਰ ਦੇ ਮਾਮਲੇ ਬੜਾ ਸਪਸ਼ਟ ਕੇਜਰੀਵਾਲ ਸਾਹਿਬ ਨੇ ਕਹਿਤਾ ਕਿ ਮੈਂ ਇਨਸਟਰਕਸ਼ਨਸ ਦਿੱਤੀਆਂ ਇੱਕ ਮੈਂਬਰ ਨੂੰ ਕਰੋਨਾ ਹੈ ਕਿ ਆਉਂਦੇ ਸਾਲ ਐਜ਼ अर्ਲੀ ਐਜ਼ ਪੋਸੀਬਲ ਬੁਲਾਓ ਤੇ ਉੱਤੇ ਜੋ ਵੀ ਫੈਸਲਾ ਲੈਣਾ ਬਣਦਾ ਲਓ। 20 ਫਰਵਰੀ ਤੋਂ ਪਹਿਲਾਂ ਹੋ ਜੂਗਾ ਨਹੀਂ? 26 ਫਰਵਰੀ ਤੋਂ ਪਹਿਲਾਂ ਹੋ ਜੂਗਾ ਕਿ ਨਹੀਂ? ਦੇਖੋ, ਇੰਸਟਰਕਸ਼ਨ CM ਸਾਹਿਬ ਵੱਲੋਂ ਦਿੱਤੀਆਂ ਗਈਆਂ ਨੇ, ਉਹਨਾਂ ਨੇ ਇਹ ਐਜ਼ ਸੂਨ ਐਜ਼ ਪੋਸੀਬਲ ਕਿਹਾ। ਠੀਕ। ਮੁਹੰਮਦ ਖਾਲਿਦ ਸਾਹਿਬ, ਸਵਾਲ ਬੜਾ ਪਚੀਦਾ ਸਰ। ਮੁਹੰਮਦ ਖਾਲਿਦ ਸਾਹਿਬ, ਤੁਸੀਂ ਥੋੜਾ ਜਿਹਾ ਮੈਨੂੰ ਇਸ ਭੰਬਲ ਭੁੱਸੇ ਚੋਂ ਕੱਢ ਸਕਦੇ ਹੋ? ਖਾਲਿਦ ਸਾਹਿਬ, ਅਕਾਲੀ ਦਲ ਮਿਸਟਰ ਰਾਜੋਆਣਾ ਦੇ ਮੁੱਦੇ ਤੇ ਰਾਜਨੀਤੀ ਹੁਣ ਕਰਦਾ ਪਿਆ। ਭੁੱਲਰ ਦੇ ਮਾਮਲੇ ਤੇ ਇਹਨਾਂ ਨੇ ਸਵਾਲ ਖੜਾ ਕੀਤਾ ਆਮ ਆਦਮੀ ਪਾਰਟੀ ਤੇ। ਆਮ ਆਦਮੀ ਪਾਰਟੀ ਕਹਿੰਦੀ ਹੈ ਸਟੈਂਡਸ ਰਿਵਿਊ ਬੋਰਡ ਦੀ ਜਿਹੜੀ ਬੈਠਕ ਹੈ अर्ਲੀ ਟੂ अर्ਲੀਐਸਟ ਅਸੀਂ ਬੁਲਾਵਾਂਗੇ। ਖਾਲਿਦ ਸਾਹਿਬ, ਇਉਂ ਲੱਗਦਾ ਇਹ ਦੋਨੋਂ ਧਿਰਾਂ ਧਰੁਵੀਕਰਨ ਵੱਲ ਜਾ ਰਹੀਆਂ ਜਾਂ ਨਹੀਂ ਸਰ? ਖਾਲਿਦ ਸਾਹਿਬ, ਜਾਂ ਮੈਨੂੰ ਗਲਤ ਲੱਗਦਾ ਪਿਆ? ਦੇਖੋ ਇਦਾਂ ਹੈ KP ਜੀ ਕਿ ਇਹ ਤਾਂ ਡਿਪੈਂਡ ਕਰਦਾ ਹੈ ਕਿ ਇਹਦਾ ਆਊਟਕਮ ਕੀ ਹੋਏਗਾ ਔਰ ਕਿੰਨੀ ਜਲਦੀ ਹੋਏਗਾ। ਐਜ਼ ਸੂਨ ਐਜ਼ ਪੋਸੀਬਲ ਜਿਹੜਾ ਹੈਗਾ, ਕਿਆ ਉਹ ਇਲੈਕਸ਼ਨ ਨੂੰ ਸਾਹਮਣੇ ਰੱਖ ਕੇ ਕੀਤਾ ਜਾ ਰਿਹਾ ਹੈ ਜਾਂ ਇਲੈਕਸ਼ਨ ਤੋਂ ਬਿਨਾਂ ਕੀਤਾ ਜਾ ਰਿਹਾ ਹੈ? ਉਹ ਦੋ ਤੋਂ ਵੀ ਹੋ ਸਕਦੇ ਐਜ਼ ਸੂਨ ਐਜ਼ ਪੋਸੀਬਲ, 2 ਮਹੀਨੇ ਵੀ ਹੋ ਸਕਦੇ ਹਨ। ਸਵਾਲ ਸਭ ਤੋਂ ਵੱਡਾ ਹੈਗਾ ਕਿ ਜਦ ਤੁਸੀਂ ਇਸ ਇਸ਼ੂ ਨੂੰ ਡਿਸਕਸ ਕਰਦੇ ਹੋ ਤਾਂ ਇਸ ਇਸ਼ੂ ਦੇ ਡਿਫਰੈਂਟ ਪਹਿਲੂ ਹੈਗੇ ਆ। ਇੱਕ ਤਾਂ ਸਿਆਸੀ ਪਹਿਲੂ ਤਾਂ ਆਟੋਮੈਟਿਕਲੀ ਹੋ ਗਿਆ ਜਿਸ ਵੇਲੇ ਰਾਜੋਆਣਾ ਨੇ ਇੱਕ ਸਿਆਸੀ ਬਿਆਨ ਦੇ ਦਿੱਤਾ। ਦੂਸਰਾ ਉਹਦਾ ਜਿਹੜਾ ਹੈਗਾ ਉਹਦਾ ਪਹਿਲੂ ਹਿਊਮਨ ਰਾਈਟਸ ਦਾ ਪਹਿਲੂ ਹੈ, ਜਿਹੜਾ ਕਿ ਸੋਸ਼ਲ ਪਹਿਲੂ ਹੈ। ਸਮਾਜ ਦੇ ਵਿੱਚ ਜੋ ਕੁਝ ਫਲੈਗ ਆਊਟ ਕੀਤਾ ਹੈ ਇਹਨਾਂ ਨੇ ਕਿ ਜੀ ਸਮਾਜ ਦੇ ਵਿੱਚ ਜਿਸ ਤਰੀਕੇ ਨਾਲ ਬੁਰਾ ਹਾਲ ਹਰ ਪਾਸੇ ਹੋ ਰਿਹਾ, ਚਾਹੇ ਐਜੂਕੇਸ਼ਨ ਦਾ, ਚਾਹੇ ਹੈਲਥ ਦਾ ਜਾਂ ਹੋਰ ਹੈ, ਉਹ ਵੀ ਹਿਊਮਨ ਰਾਈਟਸ ਹੈ। ਤੀਸਰਾ ਜਿਹੜਾ ਹੈਗਾ ਉਹਦਾ ਪਹਿਲੂ ਹੈਗਾ ਐਡਮਿਨਿਸਟ੍ਰੇਟਿਵ ਪਹਿਲੂ ਹੈ ਕਿ ਜਸਟਿਸ ਦਾ ਪਹਿਲੂ ਹੈ। ਕਿਆ ਜਸਟਿਸ ਦਿੱਤਾ ਗਿਆ ਸੀਗਾ ਜਾਂ ਨਹੀਂ ਦਿੱਤਾ ਗਿਆ ਸੀਗਾ? ਕਿਉਂਕਿ ਜਸਟਿਸ ਦੇ ਥਰੂ ਹੀ, ਸਾਰੀ ਪ੍ਰਕਿਰਿਆ ਦੇ ਥਰੂ ਹੀ ਜੋ ਕੁਝ ਵੀ ਹੋਇਆ ਹੈ। ਔਰ ਇਸ ਕਰਕੇ ਮੈਂ ਇੱਕ ਪਹਿਲੂ ਦੀ ਗੱਲ ਨਹੀਂ ਕਰਨਾ, ਇਹ ਹਰ ਚੀਜ਼ डिस्कस होएगी, पॉलिटिकल भी, एडमिनिस्ट्रेटिव भी, जुडिशियल भी और सोशल भी। समाज ਦੇ ਹਿਊਮਨ ਰਾਈਟਸ ਦੀਆਂ ਵਾਇਲੇਸ਼ਨ ਰੱਜ ਕੇ ਹੋ ਰਹੀਆਂ, ਆਪਾਂ ਨੂੰ ਉਸ ਚੀਜ਼ ਨੂੰ ਵੀ ਕੌਗਨੀਜ਼ੈਂਸ ਲੈਣੀ ਪਏਗੀ। ਆਪਾਂ ਸਿਰਫ ਇੱਕ ਸ਼ਖਸ ਦੀ, ਨੋ ਡਾਊਟ ਉਹ 26 ਸਾਲ ਤੋਂ ਜੇਲ੍ਹ ਦੇ ਵਿੱਚ ਹੈ, ਨੋ ਡਾਊਟ ਇਹ ਇੱਕ ਅਨਪ੍ਰੈਸੀਡੈਂਟ ਹੈ, ਨੋ ਡਾਊਟ ਕਿ ਅਸੀਂ ਜਿਹੜੇ ਹੈਗੇ ਮਹਿਸੂਸ ਕਰ ਰਹੇ ਹਾਂ ਇੱਕ ਬੰਦਾ 26 ਸਾਲ ਤੋਂ ਜਿਹੜਾ ਹੈਗਾ ਇੱਕ ਲੋਨਲੀ ਲਾਈਫ ਜੀ ਰਿਹਾ ਹੈ, ਆਪਣੀ ਫੈਮਿਲੀ ਤੋਂ ਦੂਰ ਜੀ ਰਿਹਾ ਹੈ, ਔਰ ਇੱਕ ਜਸਟਿਸ ਦੀ ਪ੍ਰਕਿਰਿਆ ਦੇ ਅੰਡਰ ਹੀ ਸਾਰਾ ਕੁਝ ਹੋਇਆ। ਲੇਕਿਨ ਆਪਾਂ ਇਹਦੀਆਂ ਜਿਹੜੇ ਬਾਕੀ ਦੇ ਪਹਿਲੂ ਹੈ ਉਹ ਡਿਸਕਸ ਕਰਨ ਤੋਂ ਨਹੀਂ ਭੁੱਲ ਸਕਦੇ, ਨਹੀਂ ਭੁੱਲਣਾ ਚਾਹੀਦਾ KP ਜੀ, ਕਿਉਂਕਿ ਇਹਦਾ ਪੋਲੀਟੀਕਲ ਐਂਗਲ ਵੀ ਹੈ, ਇਹਦਾ ਸੋਸ਼ਲ ਐਂਗਲ ਵੀ ਹੈ, ਇਹਦਾ ਜੁਡੀਸ਼ੀਅਲ ਐਂਗਲ ਵੀ ਹੈ। ਠੀਕ ਹੈ, ਇੱਕ ਹੋਰ ਥੋੜਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਬਾਅਦ ਅਸੀਂ ਆਖਰੀ ਹਿੱਸੇ ਵਿੱਚ ਹੋਵਾਂਗੇ। ਤੇ ਇਹਨਾਂ ਬਿਆਨਾਂ ਦਾ ਮਤਲਬ ਹੈ ਕੀ ਹੈ? ਸਾਰੀਆਂ ਪਾਰਟੀਆਂ ਇਸ ਬਿਆਨ ਤੇ ਆਪਦੇ ਆਪ ਨੂੰ ਫਰੰਟ ਫੁੱਟ ਤੇ ਮਹਿਸੂਸ ਕਰਦੀਆਂ ਜਾਂ ਬੈਕ ਫੁੱਟ ਤੇ ਮਹਿਸੂਸ ਕਰਦੀਆਂ? ਇਹ
ਜਿਹੜੀ ਸਿਆਸੀ ਬਹਿਸ ਛਿੜੀ ਉਹਦੇ ਵਿੱਚ ਬਹੁਤ ਚੀਜ਼ਾਂ ਸਾਹਮਣੇ ਆਉਣਗੀਆਂ। ਇਹ ਟੀਵੀ ਡਿਬੇਟ ਦੇ ਵਿੱਚ ਇਹਨਾਂ ਨੂੰ ਆਉਣਾ ਪਿਆ, ਇਹਨਾਂ ਨੂੰ ਦੱਸਣਾ ਪਿਆ, ਸਭ ਕੁਝ ਕਰਨਾ ਪਊਗਾ। ਪਰ ਇਹਨਾਂ ਦੇ ਵੱਡੇ ਲੀਡਰ ਆ ਜਿਹੜੇ ਇਹਨਾਂ ਪੋਲੀਟੀਕਲ ਪਾਰਟੀਆਂ ਦੇ, ਉਹ ਕਿਸ ਤਰੀਕੇ ਨਾਲ ਇਸ ਬਿਆਨ ਨੂੰ ਸਮਝਣਗੇ, ਸ਼ਾਇਦ ਹੋ ਸਕਦਾ ਹੈ ਚੁੱਪ ਵੀ ਵੱਟ ਲੈਣ। ਵਾਪਸ ਆ ਰਿਹਾ ਸ਼ਹੀਦਾਂ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਤਾਂ ਹੀ ਮਿਲੇਗੀ ਜਦੋਂ ਇਹਨਾਂ ਕਾਤਲਾਂ ਦਾ ਰਾਜ ਇਸ ਧਰਤੀ ਤੋਂ ਖਤਮ ਹੋਵੇਗਾ। ਬਲਵੰਤ ਸਿੰਘ ਰਾਜੋਆਣਾ ਦੀ ਪੈਰੋਲ ਨੇ ਪੰਜਾਬ ਦੀ ਪੋਲਿਟਿਕਸ ਨੂੰ ਕਿਹੜੇ ਰਾਹ ਪਾਇਆ। ਅਹਿਬਾਬ ਗਰੇਵਾਲ, ਪਹਿਲਾ ਸਵਾਲ ਤੁਹਾਨੂੰ, ਬਲਵੰਤ ਸਿੰਘ ਰਾਜੋਆਣਾ ਨੂੰ ਤੁਸੀਂ ਜਿੰਦਾ ਸ਼ਹੀਦ ਮੰਨਦੇ ਹੋ? ਬਲਵੰਤ ਸਿੰਘ ਰਾਜੋਆਣਾ ਨੂੰ ਤੁਸੀਂ ਹੀਰੋ ਮੰਨਦੇ ਹੋ? ਬਲਵੰਤ ਸਿੰਘ ਰਾਜੋਆਣਾ ਨੂੰ ਤੁਸੀਂ ਕਾਤਲ ਮੰਨਦੇ ਹੋ? ਕੀ ਮੰਨਦੇ ਹੋ? ਸਰ, ਇਨਸਾਨ ਮੰਨਦਾ ਜਿਹੜਾ ਇੱਕ ਤਰ੍ਹਾਂ ਦੇ ਹਾਲਾਤਾਂ 'ਚ ਸੀ ਤੇ ਉਹ ਹਾਲਾਤਾਂ 'ਚ ਉਹਨਾਂ 'ਚ ਕੁਝ ਐਕਸ਼ਨਸ ਲਏ ਜਿਨ੍ਹਾਂ ਦੇ ਕਨਸੀਕੁਐਂਸਸ ਉਹ ਫੇਸ ਕਰ ਰਹੇ ਨੇ। ਮੈਂ ਤਾਂ ਆ ਮੰਨਦਾ ਜੀ। ਮੈਂ ਇਹ ਮੰਨਦਾ ਕਿ ਜਿਹੜਾ ਪੰਜਾਬ ਦਾ ਉਹ ਮਾੜਾ ਦੌਰ ਸੀਗਾ, ਉਹ ਦੌਰ ਨਿਕਲ ਗਿਆ, ਉਹਨੂੰ ਹੁਣ ਆਪਾਂ ਪਿੱਛੇ ਛੱਡੀਏ ਤਾਂ ਕਿ ਆਪਾਂ ਅਗਲੇ 25 ਸਾਲ ਪੰਜਾਬ ਨੂੰ ਸਵਾਰਨ ਤੇ ਲਾ ਦਈਏ, ਨਾ ਜੋ ਕਿ ਪੰਜਾਬ ਖਾਲੀ ਹੋ ਜਾਵੇ ਤੇ ਆਪਣੇ ਬੱਚੇ ਬਾਹਰ ਜਾ ਕੇ ਪੈ ਜਾਣ ਤੇ ਆਪਾਂ ਤਬਾਹੀ ਦੀ ਕਗਾਰ ਵੱਲ ਤੁਰੀਏ। ਮੈਂ ਤਾਂ ਆ ਮੰਨਦਾ ਜੀ ਕਿ ਪਾਸ ਨੂੰ ਹੁਣ ਛੱਡ ਦਈਏ, ਉਹਨਾਂ ਦਾ ਖਹਿੜਾ ਛੱਡ ਦਈਏ। ਬਹੁਤ ਉਹਨੂੰ ਫੜ ਕੇ ਆਪਾਂ ਖਿੱਚ ਲਿਆ, ਬਹੁਤ ਘੜੀਸ ਲਿਆ, ਬਹੁਤ ਵੰਡੀਆਂ ਪਾ ਲੀਆਂ, ਹੁਣ ਉਹਨੂੰ ਖਤਮ ਕਰੀਏ। ਅਹਿਬਾਬ ਗਰੇਵਾਲ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ, ਹੋ ਸਕਦਾ ਇਹਨਾਂ ਦੀ ਪਾਰਟੀ ਦਾ ਕੋਈ ਹੋਰ ਨੁਮਾਇੰਦਾ ਹੁੰਦਾ, ਸ਼ਾਇਦ ਇਹ ਸਟੇਟਮੈਂਟ ਨਾ ਦੇ ਪਾਉਂਦਾ। ਗੁਰਚਰਨ ਗਰੇਵਾਲ, ਪਾਸਟ ਨੂੰ ਛੱਡਣਾ ਪਊਗਾ, ਪ੍ਰੈਜ਼ੈਂਟ 'ਚ ਰਹਿਣਾ ਪਊਗਾ ਤੇ ਫਿਊਚਰ ਵੱਲ ਦੇਖਣਾ ਪਊਗਾ। ਗੁਰਚਰਨ ਸਿੰਘ ਗਰੇਵਾਲ, ਤੁਸੀਂ ਵੀ ਇਲੈਕਸ਼ਨ ਵੇਲੇ ਇਹਨਾਂ ਮੁੱਦਿਆਂ ਨੂੰ ਵਰਤਦੇ ਹੋ, ਤੁਹਾਡੇ ਤੇ ਇਲਜ਼ਾਮ ਹੈ ਸਿੱਧੇ ਤੁਹਾਡੀਆਂ ਵਿਰੋਧੀ ਪਾਰਟੀ ਵੱਲੋਂ। ਗੁਰਚਰਨ ਸਿੰਘ ਗਰੇਵਾਲ, ਚਲੋ ਵਿਰੋਧੀ ਜਦੋਂ ਨਾ ਹੀ ਵਿਰੋਧੀ ਕਹਿਦਾ ਤੇ ਵਿਰੋਧੀ ਬਿਆਨ ਦੇਣੇ ਹੁੰਦੇ ਆ। ਦੇਖੋ ਬੜੀ ਚੰਗੀ ਗੱਲ ਹੈ ਜੀ, ਅਹਿਬਾਬ ਜੀ ਨੇ ਗੱਲ ਕਹੀ ਆ, ਪਰ ਚਲੋ ਬੜੇ ਇੱਕ ਦਬਾਅ 'ਚ ਆ ਕੇ ਕਹੀ ਆ ਕਿ ਉਹਨਾਂ ਨੇ ਇਨਸਾਨ ਮੰਨਿਆ ਵਾ, ਉਹਨਾਂ ਨੂੰ ਇਹ ਕਾਤਲ ਨਹੀਂ ਮੰਨਿਆ, ਇੱਕ ਚੰਗੀ ਗੱਲ ਆ। ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ, ਫਰਾਗਦੀ ਨਾਲ ਗੱਲ ਕਰਨੀ ਚਾਹੀਦੀ ਆ। ਖਾਲਦ ਸਾਹਿਬ ਨੇ ਕਿਹਾ ਕਿ ਉਹਦਾ ਬਿਆਨ ਸਿਆਸੀ ਆ, ਕਿਰਪਾ ਕਰਕੇ ਰਾਜੋਆਣਾ ਦੇ ਬਿਆਨ ਨੂੰ ਸਿਆਸੀ ਬਿਆਨ ਨਾ ਕਿਹਾ ਜਾਵੇ। ਇੱਕ ਦਰਦ ਜੇ ਕਿਸੇ ਨੂੰ ਹੋ ਰਿਹਾ ਉਹ ਕਰਾ ਵੀ ਨਹੀਂ ਸਕਦਾ, ਉਹ ਆਪਦਾ ਦੁੱਖ ਵੀ ਨਹੀਂ ਬੋਲ ਕੇ ਕਰ ਸਕਦਾ। 26 ਸਾਲ ਬਾਅਦ ਇੱਕੋ ਹੀ ਮੌਕਾ ਮਿਲਿਆ ਆਵਾਮ ਦੇ ਅੰਦਰ ਆ ਕੇ ਗੱਲ ਕਰਨ ਦਾ, ਤੇ ਉਸ ਦਰਦ ਨੂੰ ਇੱਕ ਮਿੰਟ ਗਰੇਵਾਲ ਸਾਹਿਬ ਜੇ ਤੁਸੀਂ ਕਹਿ ਰਹੇ ਹੋ ਕਿ ਉਸ ਬਿਆਨ ਨੂੰ ਸਿਆਸੀ ਨਹੀਂ ਮੰਨਣਾ ਚਾਹੀਦਾ, ਫਿਰ ਅਕਾਲੀ ਦਲ ਉਸ ਬਿਆਨ ਦਾ ਵੈਲਕਮ ਕਿਉਂ ਕਰਦਾ ਪਿਆ? ਅਕਾਲੀ ਦਲ ਇੱਕ ਕਵੇ ਨਾ ਅਕਾਲੀ ਵਿਚਾਰਧਾਰਾ ਦੀ ਗੱਲ ਹੋਈ ਹੈ, ਅਸੀਂ ਉੱਥੋਂ ਤੱਕ ਦੇਖਦੇ ਹਾਂ ਸਿਰਫ। ਨਹੀਂ ਜੀ, ਤੇ ਫਿਰ ਅਕਾਲੀ ਕੀ ਕਹਿਣ ਵੀ ਮਾੜਾ ਬਿਆਨ ਹੈ ਤੇ ਅਕਾਲੀ ਵਿਚਾਰਧਾਰਾ ਦੀ ਗੱਲ ਕੀਤੀ। ਮੈਂ ਇੱਕ ਬੇਨਤੀ ਕਰਦਾ, ਅਹਿਬਾਬ ਜੀ ਮੇਰੇ ਮਿੱਤਰ ਨੇ, ਇਹਨਾਂ ਨੇ ਕਿਹਾ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ, ਇਹਨਾਂ ਨੇ ਬਹੁਤ ਸਾਰੀਆਂ ਕੜੀਆਂ ਕਢਾਈਆਂ। ਮੈਂ ਬੇਨਤੀ ਕਰਾਂਗਾ ਕਿ ਇੱਕ ਚੀਜ਼ ਭੁੱਲ ਗਏ ਨੇ, ਕਿਉਂਕਿ ਇਲੈਕਸ਼ਨ ਦਾ ਸਮਾਂ ਵਾ, ਇਹ ਲੋਕਾਂ ਨੂੰ ਦੱਸ ਰਹੇ ਆ ਕਿ ਅਸੀਂ ਆਹ ਕਰਾਂਗੇ, ਸਾਡੇ ਆਹ ਹੋਣਗੇ। ਦਿੱਲੀ ਦੇ ਅੰਦਰ ਜਿਹੜੀ ਘਟਨਾ ਵਾਪਰੀ ਆ, ਅਹਿਬਾਬ ਸਾਹਿਬ, ਦਿਲ ਤੇ ਦਰਦ ਹੋ ਰਿਹਾ, ਆਵਾਜ਼ ਨਹੀਂ ਨਿਕਲ ਰਹੀ। ਦਿੱਲੀ ਦੇ ਅੰਦਰ ਇੱਕ ਸਿੱਖ ਲੜਕੀ ਦੇ ਨਾਲ ਜੋ ਕੁਝ ਹੋਇਆ, ਇੱਕ ਨਾਟਕ ਹੋ ਰਿਹਾ ਹੈ, ਖੁਸ਼ੀ ਮਨਾਈ ਜਾ ਰਹੀ ਆ, ਢੋਲ ਢਮੱਕਾ ਵੱਜ ਰਿਹਾ, ਉਹਦੇ ਕੇਸ ਕਤਲ ਕਰ ਦਿੱਤੇ ਗਏ, ਉਹਦੇ ਨਾਲ ਜੋ ਕੁਝ ਹੋਇਆ ਅੱਜ ਦੁਨੀਆ ਵੇਖ ਰਹੀ ਹੈ। ਗਰੇਵਾਲ ਸਾਹਿਬ, ਬਹੁਤ ਵੱਡਾ ਇਸ਼ੂ ਹੈ। ਗਰੇਵਾਲ ਸਾਹਿਬ, ਮੈਂ ਤੁਹਾਡਾ ਸਵਾਗਤ ਰੱਖਦਾ। ਗਰੇਵਾਲ ਸਾਹਿਬ, ਮੈਂ ਤੁਹਾਡਾ ਸਵਾਗਤ ਰੱਖਦਾ। ਇਹ ਮੁੱਦਾ ਬਹੁਤ ਵੱਡਾ ਹੈਗਾ, ਬਹੁਤ ਸੰਜੀਦਗੀ ਨਾਲ ਸੋਚਣ ਦਾ ਵਿਸ਼ਾ ਹੈਗਾ। ਮੈਂ ਗਰੇਵਾਲ ਸਾਹਿਬ, ਮੈਂ ਸਹਿਮਤ ਹਾਂ ਤੁਹਾਡੇ ਨਾਲ ਇਸ ਮੁੱਦੇ ਤੇ। ਸਾਹਿਬ ਨੇ ਕਿਹਾ ਸੀ ਕਿ ਮਨੁੱਖੀ ਕਦਰਾਂ ਕੀਮਤਾਂ ਦੀ ਗੱਲ ਕਰੋ ਗਰੇਵਾਲ। ਇੱਕ ਮਿੰਟ ਅਹਿਬਾਬ ਜੀ, ਇੱਕ ਮਿੰਟ। ਬਹੁਤ ਮਾੜੀ ਗੱਲ ਹੈ। ਗਰੇਵਾਲ ਸਾਹਿਬ, ਇਹ ਮੁੱਦੇ ਤੇ ਵੱਖਰੀ ਗੱਲ ਹੋਊਗੀ। ਗਰੇਵਾਲ ਸਾਹਿਬ, ਮੈਂ ਤੁਹਾਡੇ ਮੁੱਦੇ ਨੂੰ ਪਾਸੇ ਨਹੀਂ ਕਰ ਰਿਹਾ ਸਰ। ਇਹ ਮੁੱਦਾ ਜਾਇਜ਼ ਹੈ ਸਰ, ਮੈਂ ਮੰਨਦਾ ਪਿਆ। ਗਰੇਵਾਲ ਸਾਹਿਬ, ਉਸ ਵਿੱਚ ਮੀਡੀਆ ਦੀ ਭੂਮਿਕਾ ਤੇ ਵੀ ਸਵਾਲ ਹੈ, ਮੀਡੀਆ ਵੀ ਉਸ ਮੁੱਦੇ ਤੇ ਚਰਚਾ ਨਹੀਂ ਕਰ ਰਿਹਾ। ਮੈਂ ਤੁਹਾਡੇ ਨਾਲ ਸਹਿਮਤ ਹਾਂ ਗਰੇਵਾਲ ਸਾਹਿਬ। ਮੈਂ ਇੱਕ ਗੱਲ ਪੁੱਛ ਰਿਹਾ ਤੁਹਾਨੂੰ, ਤੁਸੀਂ ਬੀਜੇਪੀ ਦੇ ਨਾਲ ਇੰਨੇ ਸਾਲ ਸਹਿਯੋਗੀ ਰਹੇ ਹੋ, ਤੁਸੀਂ ਮਿਸਟਰ ਰਾਜੋਆਣਾ ਦੇ ਲਈ ਕੀ ਕੀਤਾ ਸਰ? ਰਾਜੋਆਣਾ ਦੀ ਫਾਂਸੀ ਕਿਵੇਂ ਰੁਕੀ ਆ? ਰਾਜੋਆਣਾ ਸਾਹਿਬ ਦੀ ਫਾਂਸੀ ਰੁਕਣ ਦਾ ਕਾਰਨ ਕੀ ਆ? ਉਹ ਦਿਨ ਵੇਖੋ ਜਦੋਂ ਫਾਂਸੀ ਦੀ ਤਰੀਕ ਆ ਗਈ ਸੀ, ਚੁੱਕੀ ਆ ਉਹਨਾਂ ਦੀ। ਠੀਕ ਹੈ ਨਾ ਜੀ, ਇਹ ਗੱਲ ਨਹੀਂ ਹੈਗੀ ਕਿ ਅਸੀਂ ਨਹੀਂ ਕਰਵਾਇਆ। ਸਾਡੇ ਦਬਾਅ ਬੀਜੇਪੀ ਨੇ ਬਹੁਤ ਕੁਝ ਕੀਤਾ, ਕਾਂਗਰਸੀਆਂ ਦੇ ਪਰਚੇ ਕੀਤੇ, ਇਹਨਾਂ ਦੇ ਕੇਸ ਕੱਢੇ, ਇਹਨਾਂ ਨੂੰ ਦੁਬਾਰਾ ਜੇਲ੍ਹਾਂ ਅੰਦਰ ਕੀਤਾ। ਇਹ ਗੱਲ ਕੀਤੀ ਆ, ਉਦੋਂ ਅਸੀਂ ਨਾਲ ਸੀਗੇ, ਅਸੀਂ ਦਬਾ ਰੱਖਿਆ। ਤੁਹਾਡੇ ਹਿਸਾਬ ਨਾਲ ਰਾਜੋਆਣਾ ਦੀ ਰਿਹਾਈ ਹੋਣੀ ਚਾਹੀਦੀ ਹੈ? ਬਿਲਕੁਲ ਹੋਣੀ ਚਾਹੀਦੀ ਹੈ ਜੀ। ਜਿਹੜੀ ਕੇਂਦਰ ਸਰਕਾਰ ਨੇ, ਦੇਖੋ ਇਹ ਗੱਲ ਫੇਰ ਆ ਗਈ ਆ, ਉਹ ਤੁਸੀਂ ਪਹਿਲਾਂ ਜ਼ਿਕਰ ਕੀਤਾ, ਮੈਂ ਉਹ ਜਾਣਨਾ ਚਾਹੁੰਦਾ। ਕੇਂਦਰ ਸਰਕਾਰ ਨੇ 8 ਕੈਦੀਆਂ ਨੂੰ ਰਿਹਾ ਕਰਨ ਦਾ ਤੇ ਰਾਜੋਆਣਾ ਸਾਹਿਬ ਦੀ ਫਾਂਸੀ ਨੂੰ ਤਬਦੀਲ ਕਰਨ ਦੀ ਗੱਲ ਕੀਤੀ ਹੈ। ਬਾਕੀ ਜਿੰਨੇ ਬੰਦੇ ਰਿਹਾ ਹੋ ਗਏ, ਇੱਕ ਸਿਰਫ ਦਵਿੰਦਰਪਾਲ ਭੁੱਲਰ ਰਹਿ ਗਏ ਨੇ। ਤੇ ਇੱਕ ਮੇਰੀ ਬੇਨਤੀ ਸੁਣੋ, ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਇਨਸਾਨੀਅਤ ਨਾਤੇ ਅਹਿਬਾਬ ਸਾਹਿਬ, ਕੇਜਰੀਵਾਲ ਸਾਹਿਬ ਨੂੰ ਕਹੋ ਝੂਠ ਨਾ ਬੋਲੋ, ਗੁੰਮਰਾਹ ਨਾ ਕਰੋ। ਤੁਸੀਂ ਰਾਜਨੀਤੀ ਕਰਨੀ ਬੰਦ ਕਰੋ ਗਰੇਵਾਲ ਸਾਹਿਬ, ਰਾਜਨੀਤੀ ਕਰਨੀ ਬੰਦ ਕਰੋ। ਜਗਮੀਤ ਢਿੱਲੋਂ, ਠੀਕ ਹੈ ਗਰੇਵਾਲ ਸਾਹਿਬ। ਜਿਹੜਾ ਪੈਨਲ ਆ, 7 ਵਿੱਚੋਂ 5 ਬੰਦੇ ਤੁਹਾਡੇ ਆਪਣੀ ਸਰਕਾਰ ਦੇ ਨੇ, ਤੁਹਾਡੇ ਮੰਤਰੀ ਆ, ਉਹਨਾਂ ਦੇ ਅੰਦਰ ਉਹ ਮੀਟਿੰਗ ਹੋਊਗੀ, ਫੈਸਲਾ ਹੋ ਜੂ ਬਾਬਾ ਜੀ, ਮੀਟਿੰਗ ਹੋਊਗੀ, ਫੈਸਲਾ ਹੋ ਜੂ। ਠੀਕ 2 ਵਾਰ ਰਿਜੈਕਟ ਕਰ ਚੁੱਕੇ ਹੋ ਤੁਸੀਂ ਉਸੇ। ਕੋਈ ਗੱਲ।
ਆਹੀ ਕਹਿ ਰਿਹਾ ਜੀ, ਆਹੀ ਮੁੱਦੇ ਲਿਆਉਂਦੇ ਆ ਇਹ, ਚਲੋ, ਹੋਰ ਕੁਝ ਨਹੀਂ। ਇਹਨਾਂ ਨੇ ਡਿਵੈਲਪਮੈਂਟ ਦੀ ਗੱਲ ਕਰਨੀ, ਇਹਨਾਂ ਨੇ ਆਹੀ ਗੱਲਾਂ ਕਰਨੀਆਂ ਨੇ। ठीक है बाप जी, दोनों गरेवाल प्लीज ਹੁਣ ਸ਼ਾਂਤੀ ਰੱਖੋ ਥੋੜੀ। ਮੈਂ ਲਾਸਟ ਸਟੇਟਮੈਂਟ ਲੈ ਲਵਾਂ। ਜਗਮੀਤ ਢਿੱਲੋਂ ਤੁਸੀਂ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਨੂੰ ਹੁਣ ਅੱਜ ਦੀ ਸਥਿਤੀ ਵਿੱਚ, ਮੈਂ ਪੁਰਾਣੀ ਸਥਿਤੀ ਦੀ ਗੱਲ ਨਹੀਂ ਕਰ ਰਿਹਾ ਹੈਗਾ, ਤੁਸੀਂ ਬਲਵੰਤ ਸਿੰਘ ਰਾਜੋਆਣਾ ਨੂੰ ਕੀ ਮੰਨਦੇ ਹੋ? ਜੀ ਮੈਂ ਸਮਝਦਾ ਬਲਵੰਤ ਸਿੰਘ ਰਾਜੋਆਣਾ ਜਿਸ ਤਰ੍ਹਾਂ ਇੱਕ ਇਨਸਾਨ ਹੁੰਦੇ ਨੇ, ਉਹਨਾਂ ਨੇ ਅਗਰ ਚਲੋ ਕੋਈ ਕ੍ਰਾਈਮ ਕੀਤਾ ਸੀ ਅਗਰ ਕਿਸੇ ਦੀ, ਤਾਂ ਉਹਨਾਂ ਨੇ ਸਜ਼ਾ ਭੁਗਤੀ ਹੈ, ਤੇ ਮੈਂ ਸਮਝਦਾ ਕਿ ਅਗਰ ਉਹ ਕੋਈ ਵੀ ਅਪੀਲ ਕਰਦੇ ਨੇ, ਅਗਰ ਕੋਰਟ ਅੱਗੇ ਆਪਣੀ ਕੋਈ ਅਪੀਲ ਉਹ ਲਾਉਂਦੇ ਨੇ ਕਿ ਮੈਨੂੰ ਜਿਹੜਾ ਵਾ ਹੁਣ ਅੱਗੇ ਖੁੱਲ੍ਹੇਆਮ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਉਹ ਕਾਨੂੰਨੀ ਪ੍ਰਕਿਰਿਆ ਹੈ, ਜੋ ਸਹੀ ਕਾਨੂੰਨ ਨੂੰ ਲੱਗਦਾ ਹੈ, ਕਾਨੂੰਨ ਮੁਤਾਬਕ ਉਹ ਹੋਣਾ ਚਾਹੀਦਾ ਹੈ। ਇਹ ਗੱਲ ਰਵਨੀਤ ਸਿੰਘ ਬਿੱਟੂ ਜੀ ਨੇ ਵੀ ਕਹੀ ਸੀ ਕਿ ਅਗਰ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੈ। ਤੁਸੀਂ ਚਾਹੇ ਔਨ ਰਿਕਾਰਡ ਹੈ, ਤੁਸੀਂ ਚੈੱਕ ਕਰ ਸਕਦੇ ਹੋ। ਬਾਕੀ ਜਿਹੜਾ ਅੱਜ ਦਾ ਬਿਆਨ ਸੀ ਰਾਜੋਆਣਾ ਸਾਹਿਬ ਦਾ, ਜਿਸ ਤਰ੍ਹਾਂ ਗਰੇਵਾਲ ਸਾਹਿਬ ਕਹਿ ਉਹਨਾਂ ਅਕਾਲੀ ਕਿਹਾ ਹੈ, ਅਕਾਲੀ ਸਿਮਰਨਜੀਤ ਸਿੰਘ ਮਾਨ ਜੀ ਦੀ ਵੀ ਅਕਾਲੀ ਦਲ ਹੈ ਅੰਮ੍ਰਿਤਸਰ ਵਾਲੀ, ਇੱਕ ਅਕਾਲੀ ਸੰਯੁਕਤ ਅਕਾਲੀ ਦਲ ਢੀਂਡਸਾ ਸਾਹਿਬ ਦੀ ਵੀ ਹੈ। ਬਟ ਅਸੀਂ ਅਕਾਲੀ ਦਲ ਦੇ ਅਗਰ ਇਤਿਹਾਸ ਤੇ ਜਾਈਏ, ਮੈਂ ਡਿਨਾਈ ਨਹੀਂ ਕਰਦਾ ਅਕਾਲੀ ਦਲ ਦਾ ਇਤਿਹਾਸ ਬਹੁਤ ਵੱਡਾ ਸੀ, ਅਕਾਲੀ ਦਲ ਨੇ ਬਹੁਤ ਮੋਰਚੇ ਲਾਏ, ਅਕਾਲੀ ਦਲ ਨੇ ਕੁਰਬਾਨੀਆਂ ਕੀਤੀਆਂ, ਬਟ ਉਸ ਸਮੇਂ ਅਕਾਲੀ ਦਲ ਉਹ ਸੀ ਜਿਸ ਦੀ ਤਕੜੀ 13 ਤੋਲਦੀ ਸੀ। ਅੱਜ ਉਹਦੀ ਤਕੜੀ ਬਾਦਲ ਐਂਡ ਪ੍ਰਾਈਵੇਟ ਕੰਪਨੀ ਬਣ ਚੁੱਕੀ ਹੈ। ਉਹ ਤਕੜੀ ਕਹਿੰਦੀ ਹੈ ਰੇਤਾ ਵੀ ਮੇਰੀ, ਕੇਬਲ ਵੀ ਮੇਰੀ, ਟੀਵੀ ਚੈਨਲ ਵੀ ਮੇਰੇ, ਬੱਸਾਂ ਵੀ ਮੇਰੀਆਂ, ਸਾਰਾ ਪੰਜਾਬ ਜਗਮੀਤ ਢਿੱਲੋਂ ਨਾ ਕਰਨ ਰਾਜੋਆਣਾ। ਜਗਮੀਤ ਢਿੱਲੋਂ ਬਲਵੰਤ ਸਿੰਘ ਰਾਜੋਆਣਾ ਦਾ ਜਿਹੜਾ ਬਿਆਨ ਹੈ, ਤੁਹਾਡੀ ਲੀਡਰਸ਼ਿਪ ਹੈ ਇਸ ਬਿਆਨ ਨੂੰ ਖਾਰਿਜ ਕਰੂਗੀ, ਇਸ ਬਿਆਨ ਦੇ ਅਗੇਂਸਟ ਬੋਲੂਗੀ? ਬਿਲਕੁਲ ਜੀ। ਅਸੀਂ ਮੈਂ ਵੀ ਐਜ਼ ਅ ਪੀਪੀਸੀਸੀ ਸਪੋਕਸਪਰਸਨ ਕਾਂਗਰਸ ਦੇ ਜੇ ਨੁਮਾਇੰਦਾ ਹੈ ਤਾਂ ਮੈਂ ਇਸ ਦੇ ਨਾਲ ਸਹਿਮਤੀ ਨਹੀਂ ਜਤਾਉਂਦਾ ਕਿ ਮੈਂ ਸਮਝਦਾ ਉਹ ਜਿਸ ਕੰਮ ਲਈ ਆਏ ਸਨ ਉਹਨਾਂ ਨੂੰ ਉਹੀ ਕੰਮ ਕਰਨਾ ਚਾਹੀਦਾ ਸੀ। ਠੀਕ। ਲਾਸਟ ਸਟੇਟਮੈਂਟ ਮੁਹੰਮਦ ਖਾਲਿਦ ਤੁਹਾਡੀ। ਮੁਹੰਮਦ ਖਾਲਿਦ ਸਾਹਿਬ ਤੁਹਾਨੂੰ ਵੀ ਇਉਂ ਲੱਗਦਾ ਕਿ ਬੰਦੀ ਸਿੰਘਾਂ ਦੇ ਮੁੱਦੇ ਤੇ ਜਾਂ ਪੰਥਕ ਇਸ਼ੂਸ ਆ ਜਿਹੜੇ ਉਹ ਪੋਲੀਟੀਕਲ ਲਾਹਾ ਲੈਣ ਦੇ ਲਈ, ਸਿਆਸੀ ਲਾਹਾ ਲੈਣ ਦੇ ਲਈ ਵਰਤੇ ਜਾਂਦੇ ਆ, ਇਹਦੇ ਵਿੱਚ ਸੰਜੀਦਗੀ ਹੈ ਜਾਂ ਨਹੀਂ? ਖਾਲਿਦ ਸਾਹਿਬ ਲਾਸਟ ਕਮੈਂਟ ਸਰ ਤੁਹਾਡਾ। केपी जी, जिन्ने भी ये इश्यूज हैं, चाहे वो बेअदबी का मुद्दा है, बरगाड़ी का मुद्दा है, कोई भी पोलिटिकल पार्टी सिंसीयरली उन्हें रिजॉल्व नहीं करना चाहती, बल्कि ਉਹਦਾ पोलिटिकल लाहा लेंदी है और अपनी आदत बन चुकी है हर चीज ਨੂੰ ओवर पोलिटिसाइज करना और ਉਹਦਾ पोलिटिकल फायदा उठाने की कोशिश करनी। मैं ਤੁਹਾਨੂੰ ਦੱਸਦਾ, ਤੁਸੀਂ ਆਪਾਂ ਹਿਊਮਨ ਰਾਈਟਸ ਦੀ ਵਾਇਲੇਸ਼ਨ ਦੀ ਗੱਲ ਕਰ ਰਹੇ ਹਾਂ, ਰਾਜੋਆਣਾ ਸਾਹਿਬ ਨੇ ਬਜਾਏ ਇਸ ਦੇ ਕਿ ਹਿਊਮਨ ਰਾਈਟਸ ਦੀ ਕੋਈ ਗੱਲ ਕਰਦੇ ਕਿ ਮੇਰੇ ਨਾਲ ਜਾਂ ਉਹ ਧੱਕਾ ਹੋ ਰਿਹਾ ਜਾਂ ਹੋਇਆ ਹੈ, ਉਹਨਾਂ ਨੇ ਪੋਲੀਟੀਕਲ ਸਟੇਟਮੈਂਟ ਜਾਂ ਇੱਕ ਪੋਲੀਟੀਕਲ ਪਾਰਟੀ ਦੀ ਗੱਲ ਕੀਤੀ। ਉਦੋਂ ਹੀ ਕਲੀਅਰ ਹੁੰਦਾ ਹੈ ਕਿ ਇਹ ਪੋਲਿਟਿਸਾਈਜੇਸ਼ਨ ਜਿਹੜੀ ਹੈਗੀ ਹੈ ਉਹ ਹਰ ਤਰ੍ਹਾਂ ਦੀ ਹੈ। ਔਰ ਮੈਂ ਤੁਹਾਨੂੰ ਦੱਸਦਾ, ਜਿਸ ਵੇਲੇ ਕੋਈ ਵੀ ਪੋਲੀਟੀਕਲ ਸਟੇਟਮੈਂਟ ਆਏਗੀ, ਕਿਤੋਂ ਵੀ ਆਵੇ, ਉਹਦਾ ਐਕਸ਼ਨ ਹੈ, ਉਹਦਾ ਰਿਐਕਸ਼ਨ ਹੋਏਗਾ ਹੀ ਹੋਏਗਾ। ਔਰ ਜਿੱਥੇ ਤੱਕ ਉਹਨਾਂ ਦਾ ਜਾਨ ਬਾਹਰ ਆਉਣ ਦਾ ਸਵਾਲ ਹੈ, ਜੋ ਡਿਊ ਪ੍ਰੋਸੈਸ ਆਫ ਲਾਅ ਹੈ ਉਹਦੇ ਮੁਤਾਬਕ ਹੋਏਗਾ। ਅਗਰ ਉਹਨਾਂ ਦੀ ਸਜ਼ਾ ਜਾਂ ਜਿਹੜੀ ਸਰਕਾਰ ਹੈ ਦਿੱਲੀ ਦੀ ਉਹ ਇਹ ਚਾਹੁੰਦੀ ਹੈ ਕਿ ਉਹ ਰਿਹਾ ਹੋ ਜਾਣ ਤੇ ਰਿਹਾ ਹੋ ਜਾਣਾ ਚਾਹੀਦਾ ਹੈ, ਕੋਈ ਇਹਦੇ ਵਿੱਚ ਵੱਡੀ ਗੱਲ ਨਹੀਂ ਹੈ। ਇੰਨਾ ਜ਼ਰੂਰ ਹੈ ਕਿ ਪੋਲੀਟੀਕਲ ਸਟੇਟਮੈਂਟ ਦਾ ਅਗਰ ਕੋਈ ਐਕਸ਼ਨ ਹੈ ਤਾਂ ਰਿਐਕਸ਼ਨ ਹੋਏਗਾ ਹੀ ਹੋਏਗਾ। ਚਲੋ, ਬਹੁਤ ਧੰਨਵਾਦ ਮੁਹੰਮਦ ਖਾਲਿਦ ਤੁਹਾਡਾ, ਗੁਰਚਰਨ ਸਿੰਘ ਗਰੇਵਾਲ ਤੁਹਾਡਾ ਬਹੁਤ ਧੰਨਵਾਦ, ਜਗਮੀਤ ਸਿੰਘ ਢਿੱਲੋਂ ਤੁਹਾਡਾ ਬਹੁਤ ਧੰਨਵਾਦ, ਅਹਿਬਾਬ ਸਿੰਘ ਗਰੇਵਾਲ ਤੁਹਾਡਾ ਬਹੁਤ ਧੰਨਵਾਦ। ਰਾਜੋਆਣਾ ਦੀ ਜਿਹੜੀ ਸਟੇਟਮੈਂਟ ਹੈਗੀ ਹੈ ਉਸ ਨੂੰ ਰਾਜਨੀਤਿਕ ਹਲਕੇ ਕਿਸ ਨਜ਼ਰੀਏ ਨਾਲ ਸਮਝ ਕੇ ਇਹਦਾ ਰਿਐਕਸ਼ਨ ਹੈ ਜਿਹੜਾ ਉਹ ਇਹ ਨਹੀਂਗਾ ਕਿ ਕੁਝ ਘੰਟਿਆਂ ਵਿੱਚ, ਕੁਝ ਮਿੰਟਾਂ ਵਿੱਚ ਆ ਜਾਵੇਗਾ। ਰਿਐਕਸ਼ਨ ਬੜਾ ਸੋਚ ਸਮਝ ਕੇ ਦਿੱਤਾ ਜਾਊਗਾ, ਕਿਉਂਕਿ ਹੁਣ ਇਲੈਕਸ਼ਨ ਦਾ ਵੇਲਾ ਤੇ ਇਲੈਕਸ਼ਨ ਵਾਲੇ ਬੜੇ ਸੋਚ ਸਮਝ ਕੇ ਬਿਆਨ ਦਿੱਤੇ ਜਾਂਦੇ ਆ। ਇਹਨਾਂ ਬਿਆਨਾਂ ਦੀ ਪੜਚੋਲ ਤੁਸੀਂ ਕਰਨੀ ਹੈ, ਇਹਨਾਂ ਬਿਆਨਾਂ ਨੂੰ ਤੁਸੀਂ ਸਮਝਣਾ ਹੈਗਾ। ਪਰ ਇਸ ਵਿੱਚ ਜਿਹੜਾ ਇਸ਼ੂ ਉੱਭਰ ਕੇ ਆ ਰਿਹਾ ਮਨੁੱਖੀ ਅਧਿਕਾਰਾਂ ਦਾ ਮੁੱਦਾ, ਉਸ ਮੁੱਦੇ ਤੇ ਸਿਆਸਤ ਕਿਸ ਗੰਭੀਰਤਾ ਨਾਲ, ਕਿਸ ਸੰਜੀਦਗੀ ਨਾਲ ਬੋਲਦੀ ਹੈ, ਇਹ ਵੀ ਸਾਨੂੰ ਦੇਖਣਾ ਪਵੇਗਾ। ਪਰ ਹੁਣ ਕੁੱਲ ਮਿਲਾ ਕੇ ਜਿਵੇਂ ਮੁਹੰਮਦ ਖਾਲਿਦ ਨੇ ਕਿਹਾ ਕਿ ਪੋਲੀਟੀਕਲ ਪਾਰਟੀਆਂ ਇਸ ਮੁੱਦੇ ਨੂੰ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਵਿੱਚ ਆਪਦੀ ਤਾਕਤ ਜਿਹੜੀ ਲਗਾਉਣਗੀਆਂ। ਬਹੁਤ ਸਾਰੇ ਸਵਾਲ ਤੁਹਾਡੇ ਅੱਗੇ ਆ। ਬਲਵੰਤ ਸਿੰਘ ਰਾਜੋਆਣਾ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਸੋਚਦੇ ਹੋ? ਪੰਜਾਬ ਕਿਸ ਨਜ਼ਰੀਏ ਨਾਲ ਸੋਚਦਾ, ਕੌਮ ਕਿਸ ਨਜ਼ਰੀਏ ਨਾਲ ਸੋਚਦੀ ਹੈ, ਤੇ ਸਿਆਸੀ ਜਮਾਤ ਕਿਸ ਨਜ਼ਰੀਏ ਨਾਲ ਸੋਚਦੀ ਹੈ, ਤੇ ਕਾਨੂੰਨ ਆ ਜਿਹੜਾ ਉਹ ਕਿਸ ਨਜ਼ਰੀਏ ਨਾਲ ਸੋਚਦਾ ਹੈ, ਤੇ ਸੂਬਾ ਸਰਕਾਰ ਤੋਂ ਲੈ ਕੇ ਕੇਂਦਰ ਸਰਕਾਰਾਂ ਤੱਕ ਉਹ ਕਿਸ ਨਜ਼ਰੀਏ ਨਾਲ ਸੋਚਦੀਆਂ। ਇਹ ਸਾਰਾ ਕੁਝ ਤੁਹਾਡੇ ਅੱਗੇ ਵਿਚਾਰ ਰੱਖਿਆ, ਕਿਉਂਕਿ ਇਸ ਬਿਆਨ ਨੇ ਅਕਾਲੀ ਵਿਚਾਰਧਾਰਾ ਦੀ ਗੱਲ ਕੀਤੀ ਹੈ, ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਹੈ। ਇਹ ਬਿਆਨ ਹੈ ਤੁਹਾਡੀ ਕਚਹਿਰੀ ਦੇ ਵਿੱਚ ਮੈਂ ਛੱਡ ਕੇ ਜਾ ਰਿਹਾ। ਬਹੁਤ ਧੰਨਵਾਦ।